ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ। ਯੁਗੋ ਯੁਗ ਅਟਲ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ, ਚਵਰ ਤਖਤ ਛਤਰ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਰਹਿਬਰ ਸਤਿਗੁਰੂ ਮੁਜੱਸ਼ਮਾ ਆਬੇ ਹਯਾਤ, ਸਰਵਰੇ ਕੁਲ ਆਲਮ ਦਾਤਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਨ, ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਜੀਓ, ਸਤ ਸੰਗੀ ਜਨੋ, ਆਓ ਸਾਹਿਬ ਦੇ ਚਰਨਾਂ ਦੇ ਵਿੱਚ ਮਨੋਬਿਰਤ ਤੇ ਇਕਾਗਰ ਹੋਈਏ। ਦੋਨੋਂ ਹੱਥ ਜੋੜ ਕੇ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਗੁਰੂ ਚਰਨਾਂ ਵਿੱਚ ਨਿੱਤਾ ਪ੍ਰਤੀ ਹਾਜ਼ਰੀਆਂ ਲਗਵਾਇਆ ਕਰੋ। ਮਨੋਬਿਰਤ ਤੇ ਇਕਾਗਰ ਹੁੰਦਿਆਂ ਹੋਇਆਂ ਰਸਾਂ ਦੁਆਰਾ ਗੁਰ ਸ਼ਬਦ ਨਾਲ ਸਾਂਝ ਪਾਉਂਦਿਆਂ ਬੋਲੀਏ ਜੀ ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਰਾਗ ਸੋਰਠ ਕੀ ਵਾਰ ਦੇ ਇਸ ਪਵਿੱਤਰ ਸ਼ਲੋਕ ਦੇ ਵਿੱਚ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਉਸ ਐਸੇ ਖਤਰੇ ਦਾ ਸੰਕੇਤ ਦਿੱਤਾ ਹੈ ਜਿਹੜਾ ਮਨੁੱਖ ਦੀ ਜ਼ਿੰਦਗੀ ਨੂੰ, ਜੋ ਕੀਮਤੀ ਜੀਵਨ ਮਿਲਿਆ ਹੈ, ਇਸ ਨੂੰ ਬਰਬਾਦ ਕਰ ਦਿੰਦਾ ਹੈ। ਪਰ ਮਨੁੱਖ ਨੂੰ ਪਤਾ ਨਹੀਂ ਚੱਲਦਾ। ਬੜੀ ਖੁਸ਼ੀ ਨਾਲ ਮਨੁੱਖ ਆਪਣਾ ਆਤਮ ਸਮਰਪਣ ਉਸ ਦੇ ਅੱਗੇ ਕਰ ਦਿੰਦਾ ਹੈ ਤੇ ਦਾ ਉਮਰ ਤੱਕ ਇਸ ਬਾਤ ਨੂੰ ਸਮਝ ਨਹੀਂ ਪਾਉਂਦਾ ਕਿ ਮੈਂ ਆਪਣਾ ਜੀਵਨ ਜਿਹੜਾ ਹੈ ਉਹ ਸਾਰਥਕ ਢੰਗ ਦੇ ਨਾਲ ਵਰਤ ਵੀ ਰਿਹਾ ਹਾਂ ਕਿ ਨਹੀਂ। ਕਿਉਂਕਿ ਜਦੋਂ ਇਸ ਨੂੰ ਇਹ ਭਿਅੰਕਰ ਜੁੱਜ ਦੇ ਨਾਲ, ਭਿਅੰਕਰ ਤੱਤ ਦੇ ਨਾਲ ਸਾਹਮਣਾ ਕਰਨਾ ਪੈਂਦਾ ਹੈ ਤੇ ਬੜੀ ਖੁਸ਼ੀ ਦੇ ਨਾਲ ਇਹ ਉਸ ਨੂੰ ਆਪਣਾ ਆਪਾ ਅਰਪਿਤ ਕਰ ਦਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬਾਤ ਇੱਥੇ ਸਮਝਾਉਂਦੇ ਨੇ। ਉਹ ਕਹਿਣ ਲੱਗੇ ਕੋਈ ਵਿਰਲਾ ਐਸਾ ਹੁੰਦਾ ਹੈ ਜਿਹਦਾ ਕਿਤੇ ਜਿਹੜਾ ਹੈ ਸੁਭਾਵਕ ਸਬੱਬੀ ਮੇਲ ਗੁਰੂ ਦੇ ਨਾਲ ਹੋ ਜਾਂਦਾ ਹੈ ਤੇ ਗੁਰੂ ਦਾ ਮਿਲਾਪ ਹੁੰਦਿਆਂ ਹੀ ਉਸ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਜਿਸ ਨੂੰ ਮੈਂ ਅੰਮ੍ਰਿਤ ਸਮਝ ਰਿਹਾ ਹਾਂ ਅਸਲ ਦੇ ਵਿੱਚ ਜ਼ਹਿਰ ਹੈ। ਭਗਤ ਫਰੀਦ ਸਾਹਿਬ ਦੇ ਮਹਾਂਬੋਲ ਨੇ, ਉਹ ਕਹਿੰਦੇ ਨੇ ਫਰੀਦਾ ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾੜ। ਕਹਿਣ ਲੱਗੇ ਜਿਵੇਂ ਵਿਸ਼ ਦੀਆਂ ਗੰਦਲਾਂ ਹੋਣ, ਜ਼ਹਿਰ ਦੀਆਂ ਗੰਦਲਾਂ ਹੋਣ ਤੇ ਉਹਦੇ ਬਾਹਰ ਚਾਰ ਛਪੇਰੇ ਕਿਸੇ ਮਿੱਠੇ ਪਦਾਰਥ ਦਾ ਲੇਪ ਕਰਕੇ ਉਹਨੂੰ ਬੜੇ ਸੋਹਣੇ ਢੰਗ ਦੇ ਨਾਲ ਪ੍ਰੈਜੈਂਟ ਕੀਤਾ ਜਾਵੇ। ਦੁਨੀਆ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਹੈ, ਅੱਜ ਇਹਨੂੰ ਅਸੀਂ ਗੁਣ ਕਹਿ ਸਕਦੇ ਹਾਂ ਕਿ ਜਿਹੜੀ ਵਸਤੂ ਦੇ ਵਿੱਚ ਅਸਲ ਦੇ ਵਿੱਚ ਜ਼ਹਿਰ ਦੀ ਮਾਤਰਾ ਵੱਧ ਹੋਵੇਗੀ ਤੇ ਉਹਦਾ ਦਿਖਾਵਾ ਬੜਾ ਹੋਵੇਗਾ। ਬਾਹਰੀ ਤੌਰ ਤੇ ਉਹਨੂੰ ਬੜਾ ਸਜਾਇਆ ਗਿਆ ਹੋਵੇਗਾ, ਬਾਹਰੀ ਤੌਰ ਤੇ ਉਹਦੀ ਸਜਾਵਟ ਵੱਧ ਹੋਵੇਗੀ, ਲੇਬਲ ਉਹਦਾ ਜਿਹੜਾ ਲੇਬਲਾਈਜੇਸ਼ਨ ਜਿਹੜੀ ਹੈ ਉਹ ਜ਼ਬਰਦਸਤ ਕੀਤੀ ਗਈ ਹੋਵੇਗੀ। ਕਿਉਂਕਿ ਜਿਹਦੇ ਕੋਲ ਅਸਲ ਪਦਾਰਥ ਹੈ, ਤੁਸੀਂ ਦੇਖਿਓ ਕਿਤੇ
ਬਾਜ਼ਾਰ ਦੇ ਵਿੱਚ ਜਾਓ, ਨਵੇਂ ਗਹਿਣੇ ਜਦੋਂ ਕੋਈ ਖਰੀਦਦਾ ਹੈ, ਨਵੇਂ ਗਹਿਣੇ ਖਰੀਦ ਕੇ ਲੈ ਕੇ ਆਓ, ਅਸਲੀ ਗਹਿਣੇ ਜਦੋਂ ਅਸੀਂ ਖਰੀਦਦੇ ਹਾਂ ਉਹਦੇ ਬਰਾਬਰ ਹੀ ਨਕਲੀ ਗਹਿਣੇ ਵੀ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲਣਗੇ। ਤੇ ਨਕਲੀ ਗਹਿਣਿਆਂ ਦੀ ਦੁਕਾਨ, ਅਸਲੀ ਗਹਿਣਿਆਂ ਦੀ ਦੁਕਾਨ ਇੱਕ ਹੀ ਹੈ, ਕਿਉਂਕਿ ਗਹਿਣਿਆਂ ਦੀ ਦੁਕਾਨ ਹੈ ਤੇ ਦੁਕਾਨਦਾਰ ਬਾਹਰਲੇ ਪਾਸੇ ਆਪਣੀ ਦੁਕਾਨ ਦੇ ਵਿੱਚ ਜਿਹੜੇ ਗਹਿਣਿਆਂ ਦੀ ਨੁਮਾਇਸ਼ ਲਾ ਰਿਹਾ ਉਹ ਅਸਲ ਦੇ ਵਿੱਚ ਅਸਲੀ ਨਹੀਂ ਹੁੰਦੇ, ਉਹ ਅਸਲ ਦੇ ਵਿੱਚ ਨਕਲੀ ਹੁੰਦੇ ਨੇ। ਜਰਪੋਸ਼ਤ ਦੇ ਗਹਿਣੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ, ਮੁਲੰਮਾ ਉਹਨਾਂ ਦੇ ਉੱਪਰ ਲੱਗਿਆ ਹੁੰਦਾ ਹੈ, ਤੇ ਬੰਦਾ ਕਈ ਵਾਰੀ ਉਹਨਾਂ ਗਹਿਣਿਆਂ ਦੀ ਜਦੋਂ ਵਰਤੋਂ ਕਰਦਾ ਹੈ ਤੇ ਉਹ ਦੇਖਣ ਦੇ ਵਿੱਚ ਉਹਨਾਂ ਦੀ ਜਿਹੜੀ ਚਮਕ ਹੈ, ਜਿਹੜੀ ਉਹਨਾਂ ਦੀ ਬ੍ਰਾਈਟਨੈਸ ਹੈ, ਉਹ ਅਸਲੀ ਤੋਂ ਵੀ ਜ਼ਿਆਦਾ ਹੈ, ਪਰ ਕੀਮਤ ਅਸਲੀ ਨਹੀਂ ਹੈ। ਚਮਕ ਜਿਹੜੀ ਹੈ ਅਸਲੀ ਤੋਂ ਵੱਧ ਹੈ, ਪਰ ਜਦੋਂ ਕਿਤੇ ਉਸ ਗਹਿਣੇ ਨੂੰ ਤੁਸੀਂ ਕਿਸੇ ਗਹਿਣੇ ਬਣਾਉਣ ਵਾਲੇ ਸੁਨਿਆਰ ਦੀ ਕਸਵੱਟੀ ਦੇ ਉੱਤੇ ਪਰਖੋਗੇ ਤੇ ਉਹ ਕਹੇਗਾ ਇਹ ਗਹਿਣਿਆਂ ਦੀ ਕੀਮਤ ਇਤਨੀ ਹੀ ਬਣਦੀ ਹੈ, ਗਹਿਣੇ ਭਾਵਾਂ ਵੇਖਣ ਦੇ ਵਿੱਚ ਇਹ ਸੋਨੇ ਵਰਗੇ ਲੱਗਦੇ ਨੇ ਪਰ ਹਨ ਜਰਪੋਸ਼ਤ ਦੇ। ਪਰ ਦੁਨੀਆ ਦੇ ਉੱਤੇ ਬਹੁਤ ਲੋਕ ਜਿਹੜੇ ਨੇ ਨਕਲੀ ਗਹਿਣੇ ਪਹਿਨ ਕੇ ਰੱਖਦੇ ਨੇ, ਇੱਥੋਂ ਤੱਕ ਕਿ ਜਿਨ੍ਹਾਂ ਨੇ ਵੇਚਣਾ ਹੈ ਉਹ ਵੀ ਨਕਲੀ ਗਹਿਣਿਆਂ ਦੀ ਨੁਮਾਇਸ਼ ਜਿਹੜੀ ਹੈ ਉਹ ਰੱਖਦੇ ਨੇ। ਜ਼ਿਆਦਾਤਰ ਤਾਂ ਤੁਹਾਨੂੰ ਬਾਜ਼ਾਰ ਦੇ ਵਿੱਚ ਜਿਹੜੀਆਂ ਦੁਕਾਨਾਂ ਮਿਲਣਗੀਆਂ, ਕਿਤੇ ਅਸਲੀ ਗਹਿਣਿਆਂ ਦੀ ਦੁਕਾਨ ਤੁਹਾਨੂੰ ਇੱਕ ਅੱਧੀ ਮਿਲੇਗੀ, ਨਕਲੀ ਗਹਿਣਿਆਂ ਦੀਆਂ ਦੁਕਾਨਾਂ ਵੀ ਵੱਧ ਮਿਲਣਗੀਆਂ। ਇਸੇ ਤਰ੍ਹਾਂ ਹੀ ਧਰਮ ਦੀ ਦੁਨੀਆ ਹੈ। ਧਰਮ ਦੀ ਦੁਨੀਆ ਦੇ ਵਿੱਚ ਅਸਲ ਬਹੁਤ ਘੱਟ ਮਿਲਦਾ ਹੈ, ਬੜਾ ਥੋੜਾ ਮਿਲਦਾ ਹੈ। ਨਕਲ ਦੀ ਬਹੁਤ ਵੱਡੀ ਜਿਹੜੀ ਹੈ ਬਾਜ਼ਾਰ, ਬੜਾ ਵੱਡਾ ਮਜ਼ਮਾ ਲੱਗਿਆ ਹੋਇਆ ਹੈ, ਕਿਉਂਕਿ ਚਾਰ ਛਪੇਰੇ ਜਰਪੋਸ਼ਤ ਦਾ ਜਿਹੜਾ ਇੱਕ ਮੁਲੰਮਾ ਚੜਿਆ ਹੋਇਆ ਜਰਪੋਸ਼ਤ ਦੇ ਗਹਿਣਿਆਂ ਦੇ ਉੱਤੇ, ਤੇ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ। ਉਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਹੈ, ਨਕਲ ਦੇ ਉੱਤੇ ਅਸਲ ਦਾ ਮੁਲੰਮਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇੱਕ ਗੱਲ ਕਿਸੇ ਨੇ ਪੁੱਛੀ ਸੀ, ਸਿੱਖਾਂ ਨੇ ਬੈਠੇ ਹੋਇਆ ਨੇ, ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਦੁਨੀਆ ਕਿਸ ਸਹਾਰੇ ਤੇ ਖੜੀ ਹੈ, ਕਿਸ ਆਸਰੇ ਤੇ ਖੜੀ ਹੈ? ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੀ ਇਹ ਦੁਨੀਆ ਜਿਹੜੀ ਹੈ, ਧਰਤੀ ਜਿਹੜੀ ਹੈ, ਅਸਲ ਦੇ ਵਿੱਚ ਕਿਸੇ ਜਪਜੀ ਸਾਹਿਬ ਦੀ ਵਿਆਖਿਆ ਚੱਲ ਰਹੀ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਰਥਾਵਲੀ ਕਰ ਰਹੇ ਸਨ। ਦਮਦਮਾ ਸਾਹਿਬ ਦੀ ਪਾਵਨ ਧਰਤੀ ਹੈ, ਜਦੋਂ ਵਿਚਾਰ ਆਰੰਭ ਹੋਈ ਹੈ, ਸਾਹਿਬ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੁਬਾਰਾ ਸਰੂਪ ਜਿਹੜੇ ਤਿਆਰ ਕੀਤੇ, ਉਸ ਸਮੇਂ ਦੀ ਬਾਤ ਹੈ। ਤੇ ਪਹਿਲੇ ਦਿਨ ਹੀ ਜਦ ਬਾਣੀ ਰਚੀ ਗਈ, ਪਹਿਲੇ 13 ਅੰਗਾਂ ਦੀ ਬਾਣੀ ਜਦੋਂ ਰਚੀ ਜਾਂਦੀ ਹੈ, ਤੇ ਕਿਸੇ ਸਿੱਖ ਨੇ, ਸਤਿਗੁਰੂ ਵਿਆਖਿਆ ਕਰ ਰਹੇ ਨੇ, ਸਵਾਲ ਖੜਾ ਕਰ ਦਿੱਤਾ, ਜੇਕਰ ਬਲਦ ਦੇ ਸਿੰਘ ਦੇ ਉੱਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਧਰਤੀ ਨਹੀਂ ਖੜੀ ਹੋਈ, ਤੇ ਫਿਰ ਕਿਹੜੀ ਚੀਜ਼ ਦੇ ਉੱਤੇ ਖੜੀ ਹੈ? ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੀ ਸੱਚ ਦੇ ਉੱਪਰ ਧਰਤੀ ਟਿਕੀ ਹੋਈ ਹੈ। ਅਸਲ ਦੇ ਵਿੱਚ ਜੇ ਸੱਚ ਖਤਮ ਹੋ ਜਾਵੇ ਤੇ ਧਰਤੀ ਵੀ ਖਤਮ ਹੋ ਜਾਵੇ, ਤਾਰੇ ਸਿਆਰੇ ਸਭ ਕੁਝ ਖਤਮ ਹੋ ਜਾਵੇ। ਜਿੰਨੀ ਦੇਰ ਸੱਚ ਹੈ ਤੇ ਹਰ ਇੱਕ ਚੀਜ਼ ਓਨੀ ਦੇਰ ਮੌਜੂਦ ਹੈ। ਜੇ ਸੱਚ ਨਹੀਂ ਤੇ ਕੋਈ ਵੀ ਪਦਾਰਥ ਮੌਜੂਦ ਨਹੀਂ ਰਹੇਗਾ। ਹਰ ਇੱਕ ਚੀਜ਼ ਦਾ ਜਿਹੜਾ ਹੈ ਉਹ ਆਗਾਜ਼ ਜਿਹੜਾ ਹੈ, ਹਰ ਇੱਕ ਚੀਜ਼ ਦੀ ਜਿਹੜੀ ਹੋਂਦ ਹੈ ਉਹ ਸੱਚ ਦੇ ਨਾਲ ਟਿਕੀ ਹੋਈ ਹੈ। ਜੇ ਸੱਚ ਨਾ ਰਿਹਾ ਤੇ ਹੋਂਦ ਖਤਮ ਹੋ ਜਾਵੇਗੀ। ਸਾਹਿਬ ਸੱਚੇ ਪਾਤਸ਼ਾਹ ਦੀ ਧਰਤੀ ਸੱਚ ਤੇ ਖੜੀ ਹੈ ਤੇ ਤਾਰੇ ਸਿਆਰੇ ਸਭ ਕੁਝ ਸੱਚ ਤੇ ਖੜਾ ਹੈ। ਸਤਿਗੁਰੂ, ਇਹ ਜਾਨਵਰ, ਇਹ ਮਨੁੱਖ, ਇਹ ਰੁੱਖ, ਹਰ ਇੱਕ ਚੀਜ਼ ਸੱਚ ਦੇ ਉੱਤੇ ਖੜੀ ਹੋਈ ਹੈ। ਕਿਵੇਂ? ਵੈਸੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ ਤੇ ਸਾਨੂੰ ਹਰ ਇੱਕ ਚੀਜ਼ ਦੀ ਸਮਝ ਆ ਜਾਂਦੀ ਹੈ। ਤੁਸੀਂ ਦੇਖੋ, ਕੋਈ ਮਨੁੱਖ ਹੈ, ਜਿੰਨੀ ਦੇਰ ਉਹਦੇ ਵਿੱਚ ਸੱਚ ਦੀ ਹੋਂਦ ਹੈ ਉਨੀ ਦੇਰ ਹੀ ਮਨੁੱਖ ਹੈ। ਜਿਸ ਦਿਨ ਸੱਚ ਦੀ ਹੋਂਦ ਖਤਮ ਹੋ ਗਈ, ਮਨੁੱਖ ਮਨੁੱਖ ਨਹੀਂ ਰਹਿਣਾ, ਮੁਰਦਾ ਹੋ ਜਾਵੇਗਾ। ਉਹਨੂੰ ਲਾਸ਼ ਕਹਿਣਗੇ। ਉਹਨੂੰ ਕਦੇ ਵੀ ਕਿਸੇ ਨਾਮ ਨਾਲ ਨਹੀਂ ਬੁਲਾਇਆ ਜਾਂਦਾ, ਉਹਨੂੰ ਮੁਰਦਾ ਕਿਹਾ ਜਾਂਦਾ। ਕਿਉਂ? ਉਹਦੇ ਅੰਦਰ ਜਿੰਨੀ ਦੇਰ ਉਹ ਸੱਚ ਦੀ ਹੋਂਦ ਸੀ, ਇੱਕ ਰੰਚਕ ਮਾਤਰ, ਇੱਕ ਇਲੈਕਟ੍ਰਿਸਿਟੀ ਕਣ ਜਿਹੜਾ ਸੱਚ ਦਾ ਉਹਦੇ ਅੰਦਰ ਚੱਲ ਰਿਹਾ ਸੀ, ਉਹਨੇ ਸਾਰੇ ਸਰੀਰ ਦੀ ਕਮਾਂਡ ਰੱਖੀ ਹੋਈ ਸੀ। ਅੱਖਾਂ ਵੀ ਦੇਖ ਰਹੀਆਂ ਸਨ, ਜ਼ੁਬਾਨ ਵੀ ਬੋਲ ਰਹੀ ਸੀ, ਹੱਥ ਵੀ ਕੁਝ ਕਰ ਰਹੇ ਸਨ, ਕੰਨ ਵੀ ਕੁਝ ਨਾ ਕੁਝ ਸੁਣ ਰਹੇ ਸਨ। ਪਰ ਜਦੋਂ ਹੀ ਉਹਦੇ ਵਿੱਚੋਂ ਉਹਨੇ ਆਪਣੇ ਸੱਚ ਦਾ ਉਹ ਇੱਕ ਕਣ ਬਾਹਰ ਕੱਢਿਆ ਤੇ ਮਨੁੱਖ ਕੀ ਹੋ ਗਿਆ? ਮਰ ਗਿਆ। ਅਸੀਂ ਮਰ ਗਿਆ ਕਹਿ ਦਿੰਦੇ ਹਾਂ, ਬੀਤ ਗਿਆ ਕਹਿ ਦਿੰਦੇ ਹਾਂ। ਕਹਿਣ ਲੱਗੇ ਜਿੰਨੀ ਦੇਰ ਸਦੀਵ ਦੇ ਨਾਲ ਕੋਈ ਜੁੜਿਆ ਹੈ ਤੇ ਉਨੀ ਦੇਰ ਉਹ ਦਿਖਾਈ ਦਿੰਦਾ ਹੈ, ਉਹਦਾ ਰਿਲੇਸ਼ਨਸ਼ਿਪਸ ਨੇ, ਉਹਦਾ ਦੁਨੀਆ ਦੇ ਵਿੱਚ ਵਿਚਰਨਾ ਹੈ।
ਉਸੇ ਤਰ੍ਹਾਂ ਰੁੱਖ ਨੇ, ਉਸੇ ਤਰ੍ਹਾਂ ਜੀਵ ਜੰਤੂ ਨੇ। ਹਰ ਇੱਕ ਚੀਜ਼ ਸੱਚ ਦੇ ਉੱਤੇ ਟਿਕੀ ਹੋਈ ਹੈ। ਜਿੰਨੀ ਦੇਰ ਉਹਦੇ ਅੰਦਰ ਸੱਚ ਚਲਾਏਮਾਨ ਹੈ ਉਨੀ ਦੇਰ ਚੱਲਦੀ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਸਾਨੂੰ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਇਹ ਬਾਤ ਸਮਝਾਈ। ਉਹ ਕਹਿੰਦੇ ਨੇ ਹਰ ਇੱਕ ਚੀਜ਼ ਸਾਚੇ ਤੇ ਪਵਨਾ ਭਇਆ। ਗੁਰੂ ਗ੍ਰੰਥ ਸਾਹਿਬ ਦੇ ਬੋਲ ਸ੍ਰੀ ਰਾਗ ਦੇ ਵਿੱਚ ਪੜੋ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਹੁਣ ਸਾਇੰਸ ਨੇ ਤਾਂ ਇੱਕ ਥਿਉਰੀ ਕੱਢੀ ਹੈ ਨਾ, ਇੱਕ ਸਿਧਾਂਤ ਦਿੱਤਾ। ਉਹ ਕਹਿੰਦੇ ਹਵਾ ਤੋਂ ਪਾਣੀ ਬਣਦਾ। ਦੋ ਤਰ੍ਹਾਂ ਦੀ ਹਵਾ ਦਾ ਮਿਸ਼ਰਣ ਹੈ। H2O ਦਾ ਇਹ ਜਿਹੜਾ ਸਾਰੇ ਦਾ ਸਾਰਾ ਫਾਰਮੂਲਾ ਹੈ। ਹਾਈਡਰੋਜਨ ਦੇ 2 ਕਣ ਤੇ ਆਕਸੀਜਨ ਦਾ 1 ਕਣ ਜਦੋਂ ਆਪਸ ਵਿੱਚ ਸੰਮਿਲਿਤ ਹੁੰਦੇ ਨੇ ਤੇ ਉਦੋਂ ਪਾਣੀ ਦਾ ਰੂਪ ਧਾਰਨ ਕਰਦਾ ਹੈ। H2O ਦਾ ਜਿਹੜਾ ਫਾਰਮੂਲਾ ਹੈ। ਤੇ ਇਸ ਤੋਂ ਅੱਗੇ ਨਹੀਂ ਦੱਸ ਸਕੀ ਸਾਇੰਸ। ਉਹ ਕਹਿੰਦੇ ਨੇ ਹਵਾ ਦੇ 2 ਕਣ ਮਿਲਦੇ ਨੇ ਤੇ ਪਾਣੀ ਬਣ ਜਾਂਦਾ ਹੈ। ਪਾਣੀ ਦੇ ਵਿੱਚੋਂ ਜੀਵਨ ਪੈਦਾ ਹੋਇਆ। ਡਾਰਬਨ ਨੇ ਇਹ ਕਹਿ ਦਿੱਤਾ ਸਾਚੇ ਤੇ ਪਵਨਾ ਭਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥੋੜਾ ਜਿਹਾ ਅੱਗੇ ਲੰਘੀ ਹੈ ਕਿ ਅਸਲ ਦੇ ਵਿੱਚ ਹਰ ਇੱਕ ਚੀਜ਼ ਨੂੰ ਪੈਦਾ ਕਰਨ ਵਾਲਾ ਸੱਚ ਹੈ। ਹਵਾ ਦੇ ਵਿੱਚੋਂ ਕੁਝ ਪੈਦਾ ਨਹੀਂ ਹੁੰਦਾ। ਹਵਾ ਤਾਂ ਆਪ ਸੱਚੇ ਚੋਂ ਪੈਦਾ ਹੋ ਰਹੀ ਹੈ। ਹਵਾ ਦਾ ਫਾਰਮੂਲਾ ਤੇ ਹਵਾ ਦੇ 2 ਫਾਰਮੂਲੇ ਇਕੱਤਰਤ ਹੁੰਦੇ ਨੇ, 2 ਨੁਕਤੇ ਇਕੱਠੇ ਹੋ ਕੇ ਪਾਣੀ ਬਣਦਾ ਹੈ ਤੇ ਪਾਣੀ ਦੇ ਵਿੱਚੋਂ ਜੀਵਨ ਪੈਦਾ ਹੋਇਆ। ਇਹ ਸਾਇੰਸ ਨੇ ਮੰਨਿਆ ਹੈ। ਤਿੰਨੇ ਲੋਕ ਪਾਣੀ ਵਿੱਚੋਂ ਪੈਦਾ ਹੁੰਦੇ ਨੇ। ਇਸ ਗੱਲ ਦਾ ਜਿਹੜਾ ਬੜਾ ਵੱਡਾ ਅੱਜ ਖੁਲਾਸਾ ਹੋ ਚੁੱਕਿਆ। ਤੁਸੀਂ ਦੇਖੋ ਚੰਦਰਮਾ ਦੇ ਉੱਪਰ ਵਿਗਿਆਨਕ ਗਏ ਨੇ, ਮੰਗਲ ਗ੍ਰਹਿ ਦੇ ਉੱਤੇ ਚਲੇ ਗਏ ਨੇ, ਹੋਰ ਗ੍ਰਹਿਾਂ ਦੇ ਉੱਤੇ ਵੀ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੀ ਖੋਜ ਕੀਤੀ? ਉੱਥੇ ਜਾ ਕੇ ਉਹਨਾਂ ਨੇ ਇਹ ਨਹੀਂ ਦੇਖਿਆ ਇੱਥੋਂ ਦੀ ਮਿੱਟੀ ਕੈਸੀ ਹੈ, ਉਹਨਾਂ ਨੇ ਇਹ ਨਹੀਂ ਦੇਖਿਆ ਇੱਥੋਂ ਦਾ ਵਾਤਾਵਰਨ ਵਾਯੂਮੰਡਲ ਕੈਸਾ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਦੇਖੀ ਇੱਥੇ ਪਾਣੀ ਹੈ ਕਿ ਨਹੀਂ। ਜੇ ਪਾਣੀ ਹੈ ਤੇ ਫਿਰ ਜੀਵਨ ਹੋਵੇਗਾ, ਜੇ ਪਾਣੀ ਨਹੀਂ ਤੇ ਫਿਰ ਜੀਵਨ ਨਹੀਂ ਹੋ ਸਕਦਾ। ਇਹ ਗੱਲ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ। ਚੰਦਰਮਾ ਦੇ ਉੱਪਰ ਬੰਦਾ ਕਿੰਨੇ ਚੱਕਰ ਲਾਇਆ ਆ। ਹਰ ਇੱਕ ਦੇਸ਼ ਨੇ ਆਪੋ ਆਪਣਾ ਜਿਹੜਾ ਫਲੈਗ, ਆਪੋ ਆਪਣਾ ਝੰਡਾ ਜਿਹੜਾ ਉੱਥੇ ਲਾ ਦਿੱਤਾ ਹੈ। ਪਰ ਅੱਜ ਤੱਕ ਉੱਥੇ ਵਸ ਕਿਉਂ ਨਹੀਂ ਸਕਿਆ ਮਨੁੱਖ? ਪਾਣੀ ਨਹੀਂ ਹੈ। ਪਾਣੀ ਤੋਂ ਬਿਨਾਂ ਜੀਵਨ ਨਹੀਂ ਹੋ ਸਕਦਾ। ਹੁਣ ਪਹਿਲਾਂ ਤਾਂ ਸਾਇੰਸ ਨੂੰ ਇਹ ਸੀ ਕਿ ਸ਼ਾਇਦ ਪਾਣੀ ਦੇ ਵਿੱਚੋਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ। ਹਰ ਇੱਕ ਚੀਜ਼ ਪਾਣੀ ਦੇ ਵਿੱਚੋਂ, ਜਿਹੜਾ ਜੀਵਨ, ਜਿਹੜਾ ਚੱਲਦਾ ਫਿਰਦਾ ਜੀਵਨ ਹੈ, ਪਾਣੀ ਵਿੱਚੋਂ ਪੈਦਾ ਹੁੰਦਾ ਹੈ। ਪਰ ਇਹ ਗੱਲ ਦਾ ਜਿਹੜੀ ਖੋਜ ਜਿਵੇਂ ਸਾਇੰਸ ਨੇ ਕੀਤੀ, ਉਹਨਾਂ ਨੇ ਕਿਹਾ ਵੀ ਹਾਂ ਪਾਣੀ ਦੇ ਵਿੱਚੋਂ ਜੀਵਨ ਪੈਦਾ ਹੁੰਦਾ, ਪਰ ਪਾਣੀ ਹਵਾ ਚੋਂ ਪੈਦਾ ਹੁੰਦਾ। ਇਹਦਾ ਮਤਲਬ ਹਵਾ ਚੋਂ ਜੀਵਨ ਪੈਦਾ ਹੁੰਦਾ। ਫਿਰ ਅੱਗੇ ਸਵਾਲ ਖੜਾ ਹੋ ਗਿਆ, ਹਵਾ ਕਿੱਥੋਂ ਪੈਦਾ ਹੁੰਦੀ ਹੈ? ਉਹ ਸਵਾਲ ਦਾ ਜਵਾਬ ਸਾਇੰਸ ਕੋਲ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਕੋਲ ਉਹਦਾ ਜਵਾਬ ਸੀ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸਾਚੇ ਤੇ ਪਵਨਾ ਭਇਆ, ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਚੋਂ ਹਵਾ ਪੈਦਾ ਹੋਈ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਆਹ ਸਾਰੇ ਦਾ ਸਾਰਾ ਫਾਰਮੂਲਾ। ਇਹਦਾ ਮਤਲਬ ਸਮੁੱਚਾ ਜੀਵਨ ਸੱਚ ਦੇ ਆਸਰੇ ਦੇ ਉੱਤੇ ਖੜਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਵਾਲ ਜਦੋਂ ਪੁੱਛਿਆ ਸਿੱਖਾਂ ਨੇ, ਸਤਿਗੁਰੂ ਸੱਚ ਦੇ ਆਸਰੇ ਦੇ ਉੱਤੇ ਜੀਵਨ ਖੜਾ? ਹਾਂ। ਆ ਜਿਤਨਾ ਆਬੋ ਹਵਾ ਹੈ, ਜਿਤਨਾ ਪਾਣੀ ਹੈ, ਜੋ ਪਾਣੀ ਦੇ ਵਿੱਚੋਂ ਮਨੁੱਖ ਪੈਦਾ ਹੁੰਦੇ ਨੇ, ਪੌਦੇ ਪੈਦਾ ਹੁੰਦੇ ਨੇ, ਇਹਦਾ ਸਭ ਦਾ ਆਧਾਰ ਸੱਚ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਨਿੱਤਾ ਪ੍ਰਤੀ ਪੜ੍ਹਦੇ, ਪਤਾ ਨਹੀਂ ਕਿਉਂ ਨਹੀਂ ਭਰੋਸਾ ਹੁੰਦਾ ਮਨੁੱਖ ਨੂੰ। ਅਸੀਂ ਤਾਂ ਪੜ੍ਹਦੇ ਵੀ ਹਾਂ, ਸਾਚਾ ਨਾਮ ਮੇਰਾ ਆਧਾਰੋ। ਹੁਣ ਜੇ ਮੇਰਾ ਆਧਾਰ ਸੱਚਾ ਨਾਮ ਹੈ, ਇਹਦਾ ਮਤਲਬ ਸ੍ਰਿਸ਼ਟੀ ਦੇ ਉੱਤੇ, ਕਾਇਨਾਤ ਦੇ ਉੱਤੇ ਜੋ ਕੁਝ ਵਿਚਰਦਾ ਸਭ ਦਾ ਆਧਾਰ ਉਹ ਵਾਹਿਗੁਰੂ ਦਾ ਸੱਚਾ ਨਾਮ ਹੈ। ਸਾਚਾ ਨਾਮ, ਨਾਮ ਦਾ ਮੀਨ ਨਿਯਮ, ਉਸ ਦਾ ਕਾਨੂੰਨ, ਕੁਦਰਤੀ ਜਿਹੜਾ ਐਗਜ਼ਿਸਟੈਂਸਲੀ ਕਨਸਟੀਟਿਊਸ਼ਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਕੁਦਰਤੀ ਨਿਯਮ, ਉਹ ਆਧਾਰ ਹੈ ਹਰ ਇੱਕ ਚੀਜ਼ ਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ, ਜਦੋਂ ਸਿੱਖਾਂ ਨੇ ਸਵਾਲ ਕੀਤਾ, ਸਾਹਿਬ ਇਹਦਾ ਮਤਲਬ ਹਰ ਇੱਕ ਜਿਹੜੀ ਸ਼ੈ ਹੈ ਉਹਦਾ ਆਧਾਰ ਸੱਚ ਹੈ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਵਾਬ ਦਿੰਦਿਆਂ ਕਿਆ ਕਹਿਣ ਲੱਗੇ, ਹਰ ਇੱਕ ਚੀਜ਼ ਦਾ ਜਿਹੜਾ ਬੇਸ ਹੈ ਉਹ ਸੱਚ ਹੈ। ਤੇ ਕਹਿਣ ਲੱਗੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ, ਸਭ ਤੋਂ ਕੀਮਤੀ, ਝੂਠ ਦਾ ਆਧਾਰ ਵੀ ਸੱਚ ਹੈ। ਝੂਠ ਸੱਚ ਤੋਂ ਬਿਨਾਂ ਨਹੀਂ ਚੱਲ ਸਕਦਾ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸਾਂ, ਝੂਠ ਦਾ ਆਧਾਰ ਵੀ ਸੱਚ ਹੈ। ਝੂਠ ਦੇ ਉੱਪਰ ਜਿੰਨੀ ਦੇਰ ਸੱਚ ਦਾ ਮੁਲੰਮਾ ਨਾ, ਸੱਚ ਦਾ ਜਿਹੜਾ ਉੱਪਰ ਮੁਲੰਮਾ ਨਾ ਚੜਾਇਆ ਜਾਵੇ, ਸੱਚ ਦਾ ਪੋਲਿਸ਼ ਉਹਨੂੰ ਨਾ ਦਿੱਤਾ ਜਾਵੇ, ਉਨੀ ਦੇਰ ਝੂਠ ਨਹੀਂ ਚੱਲੇਗਾ। ਤੇ ਅੱਜ ਜਿੰਨੀਆਂ ਝੂਠ ਦੀਆਂ ਦੁਕਾਨਾਂ ਚੱਲ ਰਹੀਆਂ ਨੇ,
ਉਹਨਾਂ ਦੇ ਉੱਪਰ ਸੱਚ ਦਾ ਪਾਲਿਸ਼ ਚੜਾ ਕੇ ਚਲਾਈਆਂ ਜਾ ਰਹੀਆਂ ਨੇ। ਕੋ ਧਰਮ ਦੇ ਜਿੰਨੇ ਕਰਮ ਹੋ ਰਹੇ ਨੇ, ਪਾਪ ਦੇ ਜਿੰਨੇ ਕਰਮ ਹੋ ਰਹੇ ਨੇ, ਭਗਤ ਕਬੀਰ ਸਾਹਿਬ ਨੇ ਕਿੰਨੇ ਸੋਹਣੇ ਵਾਕ ਕਹੇ ਨੇ, ਕਮਾਲ ਦੀ ਗੱਲ ਕਰ ਦਿੱਤੀ। ਕਹਿਣ ਲੱਗੇ ਜੀਵ ਨੂੰ ਹੱਤਿਆ ਕਰਕੇ ਤੂੰ ਉਹਨੂੰ ਧਰਮ ਕਹਿਣਾ, ਫਿਰ ਕਹਿਣ ਲੱਗੇ ਪਾਪ ਕਿਹੜੀ ਚੀਜ਼ ਨੂੰ ਕਵੇਂਗਾ? ਸਾਨੂੰ ਪਾਪ ਤਾਂ ਡਿਫਾਈਨ ਕਰਨਾ, ਪਾਪ ਬਾਰੇ ਤਾਂ ਡੈਫੀਨੇਸ਼ਨ ਦੇ। ਕਹਿਣ ਲੱਗੇ ਹੱਦ ਹੋ ਗਈ, ਕਿਸੇ ਜੀਵ ਦੀ ਹੱਤਿਆ ਕਰਕੇ ਤੂੰ ਉਹਨੂੰ ਪਾਪ ਕਹਿਣਾ, ਧਰਮ ਕਹਿਣਾ ਹੈ। ਕਹਿਣ ਲੱਗੇ ਹਥਿਆਰੇ ਨੂੰ ਤੂੰ ਰਿਸ਼ੀ ਮੰਨਣ ਲਈ ਤਿਆਰ ਹਾਂ, ਆਪ ਉਸ ਕੋ ਮਨਵਰ ਕਰ ਥਾਪੋ ਕਾਕੂ ਕਹੋ ਕਸਾਈ। ਜਿਹੜਾ ਕਹਿਣ ਲੱਗੇ ਜੀਵ ਦੇ ਹੱਤਿਆ ਕਰਦਾ, ਜੀਵ ਦਾ ਗਲਾ ਕੱਟ ਦਿੰਦਾ ਹੈ, ਉਹਦੇ ਉੱਤੇ ਤੂੰ ਪੋਲਿਸ਼ਡ ਕਰ ਦਿੱਤਾ, ਉਹਨੂੰ ਇੱਕ ਪੋਲਿਸ਼ ਦੇ ਦਿੱਤੀ ਕਿ ਇਹ ਤਾਂ ਮੁਨੀ ਹੈ, ਇਹ ਤਾਂ ਰਿਸ਼ੀ ਹੈ। ਕਹਿਣ ਲੱਗੇ ਜੇ ਜੀਵ ਦੀ ਹੱਤਿਆ ਕਰਨ ਵਾਲਾ ਰਿਸ਼ੀ ਹੋ ਸਕਦਾ ਹੈ, ਕਹਿਣ ਲੱਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਸਾਈ ਕੌਣ ਹੁੰਦਾ? ਫਿਰ ਤਾਂ ਜਿੰਨੇ ਜੀਵ ਦੀ ਹੱਤਿਆ ਕਰਦੇ ਨੇ ਸਾਰੇ ਦੇ ਸਾਰੇ ਰਿਸ਼ੀ ਹੋਣੇ ਚਾਹੀਦੇ ਨੇ, ਫਿਰ ਕਸਾਈ ਕਿਹਨੂੰ ਕਹੀਏ? ਬੜਾ ਵੱਡਾ ਸਵਾਲ ਸੀ ਮਨੁੱਖਤਾ ਦੇ ਸਾਹਮਣੇ ਕਿ ਜੇਕਰ ਦੂਜਿਆਂ ਦਾ ਖੂਨ ਪੱਛਣ ਵਾਲਾ ਮਨੁੱਖ ਉਹ ਸਤਿਕਾਰਯੋਗ ਹੋ ਜਾਂਦਾ, ਫਿਰ ਤਿਰਸਕਾਰਤ ਕਿਹਨੂੰ ਕਰੀਏ? ਫਿਰ ਚੋਰਾਂ ਡਾਕੂਆਂ ਨੂੰ ਕਿਉਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ? ਇੱਕ ਮਨੁੱਖ ਹੈ, ਕਿਸੇ ਦੇ ਗਲੇ ਦੇ ਉੱਤੇ ਛੁਰੀ ਰੱਖ ਕੇ ਉਸ ਤੋਂ ਕੁਝ ਧਨ ਲੁੱਟ ਲੈਂਦਾ, ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਚੋਰ ਹੈ। ਪਰ ਇੱਕ ਮਨੁੱਖ ਹੈ, ਇੱਕ ਤਾਂ ਛੁਰੀ ਰੱਖ ਕੇ ਇੱਕ ਵਾਰ ਲੁੱਟਦਾ ਹੈ ਤੇ ਇੱਕ ਕਿਸੇ ਨੂੰ ਦਾ ਉਮਰ ਤੱਕ ਹੀ ਲੁੱਟਦਾ ਰਹਿੰਦਾ ਹੈ, ਤੇ ਉਹ ਵੀ ਇਸ ਤਰ੍ਹਾਂ ਦੀ ਲੁੱਟ ਜਿਹੜੀ ਲੁੱਟ ਦਾ ਵਿਚਾਰੇ ਲੁੱਟਣ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਮੈਂ ਲੁੱਟਿਆ ਜਾ ਰਿਹਾ। ਕਿਹੜੀ ਚੀਜ਼ ਛੱਡੀ ਉਹਨੇ? ਆਪਣੇ ਆਪ ਵਿੱਚ ਆਪਸ ਕੋ ਮੁਨਵਰ ਕਰ ਥਾਪੋ ਕਾਂ ਕੋ ਕਹੋ ਕਸਾਈ। ਕਹਿਣ ਲੱਗੇ ਕਸਾਈ ਕਿਹਨੂੰ ਕਹਿਣਾ? ਕਸਾਈ ਤਾਂ ਸੱਚਮੁੱਚ ਕਸਾਈ ਦਾ ਕਾਰਜ ਕਰਦਿਆਂ ਹੋਇਆ ਉਹ ਕੰਮ ਕਰਦਾ ਹੈ, ਪਰ ਤੂੰ ਤਾਂ ਧਰਮ ਦਾ ਲਿਬਾਸ ਪਾ ਕੇ ਸਾਰਾ ਕੁਝ ਕਰ ਰਿਹਾ। ਕਹਿਣ ਲੱਗਿਆ ਮੇਰਾ ਮਨ ਨਹੀਂ ਕਰਦਾ ਮੈਂ ਉਹਨੂੰ ਕਸਾਈ ਕਵਾਂ, ਮੇਰਾ ਮਨ ਨਹੀਂ ਕਰਦਾ ਕਿ ਉਸ ਬੰਦੇ ਨੂੰ ਕਸਾਈ ਕਵਾਂ ਜਿਹਦਾ ਜਿੰਨਾ ਕੁ ਕਾਰਜ ਹੈ ਉਹਨਾਂ ਕੁ ਤਾਂ ਦਿਖਾ ਰਿਹਾ ਨਾ, ਤੂੰ ਤਾਂ ਜਿਹੜਾ ਕੁਝ ਹੈ ਨਹੀਂ ਤੂੰ ਉਹ ਦਿਖਾ ਰਿਹਾ। ਉੱਪਰ ਜਿਹੜਾ ਲਿਬਾਸ ਹੈ ਉਹ ਕੁਝ ਫਰੀਦਾ, ਇਹ ਵਿਸ਼ ਗੰਦਲਾਂ ਧਰੀਆਂ ਖੰਡ ਲਿਵਾਲ। ਕਹਿਣ ਲੱਗੇ ਜ਼ਹਿਰ ਦੀਆਂ ਗੰਦਲਾਂ ਨੂੰ ਮਿੱਠੇ ਵਿੱਚ ਵਲੇਟ ਵਲੇਟ ਕੇ ਦੇ ਰਿਹਾ। ਕੀ ਕਰੀਏ ਤੇਰੇ ਧਰਮ ਦਾ? ਹਰ ਇੱਕ ਧਰਮ ਦੇ ਵਿੱਚ ਇਸ ਤਰ੍ਹਾਂ ਵਾਪਰਿਆ, ਤੁਸੀਂ ਹੈਰਾਨ ਹੋ ਜਾਓਗੇ। ਵੇਸਵਾ ਬ੍ਰਿਤੀ ਸੰਸਾਰ ਦਾ ਸਭ ਤੋਂ ਜਿਹਨੂੰ ਬੁਰਾ ਕਰਮ ਮੰਨਿਆ ਜਾਂਦਾ ਹੈ, ਉਹ ਧਾਰਮਿਕ ਲੋਕਾਂ ਤੋਂ ਆਰੰਭ ਹੋਈ ਹੈ। ਕੀ ਕਹੋਗੇ? ਕੀ ਉਹ ਧਾਰਮਿਕ ਨੇ? ਬੁਰਾ ਨਾ ਬਣਾ ਲਿਆ ਜੀ ਗੱਲ ਦਾ। ਧਰਮ ਦੇ ਘਰਾਂ ਚੋਂ ਜਿਨ੍ਹਾਂ ਨੂੰ ਮੈਂ ਸੋ ਕਾਲਡ ਬਿਲਡਿੰਗ ਨੂੰ ਵੈਸੇ ਧਰਮ ਨਹੀਂ ਮੰਨਿਆ ਜਾਂਦਾ, ਧਰਮ ਜਿਹੜਾ ਮਨੁੱਖ ਦੇ ਅੰਤਰ ਆਤਮੇ ਚੋਂ ਪੈਦਾ ਹੁੰਦਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਧਰਮ ਦੀ ਡੈਫੀਨੇਸ਼ਨ ਪੜੋ, ਉਹ ਕਹਿੰਦੇ ਨੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਐ। ਧਰਮ ਦਾ ਤਾਂ ਮਤਲਬ ਇਹ ਹੈ ਜਿੱਥੇ ਕੇਵਲ ਸੱਚ ਰਹਿ ਜਾਵੇ, ਜਿੱਥੇ ਕੁਝ ਨਾ ਕੁਝ ਝੂਠ ਦਾ ਮਿਲਾਵਟ ਹੈ ਨਾ, ਝੂਠ ਦਾ ਮਿਲਾਨ ਹੈ, ਉਹ ਕੁਝ ਹੋਰ ਤਾਂ ਹੋ ਸਕਦਾ, ਉਹਨੂੰ ਧਰਮ ਨਹੀਂ ਮੰਨਿਆ ਜਾ ਸਕਦਾ। ਕਹਿਣ ਲੱਗੇ ਜੀਵਾਂ ਦੀ ਹੱਤਿਆ ਕਰਕੇ ਧਰਮ ਕਹਿਣਾ ਹੈ, ਆ ਧਰਮ ਕਿਹਨੂੰ ਕਵੇਂਗਾ? ਫਿਰ ਕਹਿਣ ਲੱਗੇ ਦੁਨੀਆ ਦੇ ਸਾਰੇ ਮਾੜੇ ਕਰਮ, ਉਹ ਜਿਹੜਾ ਲੁੱਟ ਖਸੁੱਟ, ਉਹ ਸਾਰੀ ਦੀ ਸਾਰੀ ਤੂੰ ਕਰਦਾ ਹੈ, ਤੇ ਫਿਰ ਪਾਪ ਕਿਹਨੂੰ ਕਹੀਏ? ਖਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਕਿ ਅਸਲ ਦੇ ਵਿੱਚ ਝੂਠ ਨੂੰ ਜਿੰਨੀ ਦੇਰ ਜੇਕਰ ਤੋੜਨਾ ਤੇ ਉਹਨੂੰ ਸੱਚ ਦਾ ਪਾਜ ਚੜਾਉਣਾ ਪਵੇਗਾ, ਸੱਚ ਦਾ ਮੁਲੰਮਾ ਜਿਹੜਾ, ਸੱਚ ਦੀ ਪੌਲਿਸ਼ ਜਿਹੜੀ ਹੈ ਉਹਨੂੰ ਦੇਣੀ ਪਵੇਗੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਝੂਠ ਵੀ ਸੱਚ ਤੋਂ ਬਿਨਾਂ ਨਹੀਂ ਤੁਰ ਸਕਦਾ। ਝੂਠ ਦੇ ਉੱਤੇ ਵੀ ਸੱਚ ਦਾ ਜਿਹੜਾ ਲਿਬਾਸ, ਸੱਚ ਦਾ ਜਿਹੜਾ ਹੈ ਚਾਰ ਛਪੇਰੇ ਉਹਦੇ ਬਾਣਾ ਪਹਿਨਾਉਣਾ ਪਵੇਗਾ। ਕਿੰਨੇ ਕੁ ਸੱਚ ਦੇ ਲਿਬਾਸ ਜਿਹੜੇ ਸੀ ਝੂਠ ਨੇ ਪਹਿਨੇ ਹੋਏ ਸੀ, ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਚੋਂ ਤੁਸੀਂ ਲੱਭ ਲਓ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜੀਵਨ ਯਾਤਰਾ ਨਾ, ਇੱਕ ਥਾਂ ਤੋਂ ਦੂਜੀ ਥਾਂ, ਦੂਜੀ ਤੋਂ ਤੀਜੀ, ਕਿਵੇਂ ਜਾ ਕੇ ਧਾਰਮਿਕ ਸਥਾਨਾਂ ਦੇ ਉੱਤੇ ਉਹਨਾਂ ਦੇ ਪਾਜ ਉਘੇੜੇ ਤੇ ਉਹਨਾਂ ਦੇ ਲਿਬਾਸ ਜਿਹੜੇ ਸਨ ਸੱਚਮੁੱਚ ਜਿਹੜੇ ਉਹਨਾਂ ਨੇ ਪਹਿਨੇ ਸਨ, ਪਰ ਅੰਦਰੋਂ ਕੁਝ ਹੋਰ ਸਨ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫਿਰ ਉਹਨਾਂ ਨੂੰ ਤਸਵੀਰ ਦਿੱਤੀ। ਕਹਿਣ ਲੱਗੇ ਹੂਬਹੂ ਉਸ ਤਰ੍ਹਾਂ ਨੇ ਜਿਵੇਂ ਕਿਸੇ ਪਾਣੀ ਦੇ ਕਿਨਾਰੇ ਦੇ ਉੱਤੇ ਖਲੋਤਾ ਹੋਇਆ ਬਗਲਾ। ਦੁਨੀਆ ਦੇ ਮਨ ਵਿੱਚ ਭੁਲੇਖਾ ਹੋ ਸਕਦਾ ਹੈ, ਕੋਈ ਅਣਜਾਣ ਬੰਦਾ ਹੋਵੇ
ਤੇ ਕਹਿਣ ਲੱਗੇ ਉਹ ਦੇਖੇ ਦਰਿਆ ਦੇ ਕਿਨਾਰੇ ਇੱਕ ਜੀਵ ਖੜਾ ਹੈ, ਬੜਾ ਭਗਤ ਜਿਹਾ ਜੀਵ ਹੈ, ਕੁਝ ਵੀ ਨਹੀਂ, ਇੱਕ ਲੱਤ ਦੇ ਉੱਤੇ ਖੜਾ ਰਹਿੰਦਾ ਹੈ, ਪਰ ਕਿਸੇ ਨੂੰ ਕੀ ਪਤਾ ਤੇ ਇਹ ਕਿਸੇ ਸ਼ਿਕਾਰ ਦੀ ਤਾਕ ਦੇ ਵਿੱਚ ਹੈ, ਇਹ ਕੋਈ ਭਗਤੀ ਨਹੀਂ ਕਰ ਰਿਹਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਫਿਰ ਬੜਾ ਸੋਹਣਾ ਉਹਦਾ ਜਿਹੜਾ ਖੁਲਾਸਾ ਕੀਤਾ। ਕਹਿਣ ਲੱਗੇ ਸਿਲ ਪੂਜਸ ਬਗਲ ਸਮਾਧੰ, ਸਿਲ ਪੂਜਸ ਬਗਲ ਸਮਾਧੰ, ਬਗਲੇ ਵਰਗੀ ਸਮਾਧੀ, ਇੱਕ ਟੱਕ ਇੱਕ ਥਾਂ ਤੇ ਵੇਖਣ ਵਾਲਾ ਉਹ ਕਹਿੰਦਾ ਵਾਕਈ ਬਈ ਬੰਦਗੀ ਤਾਂ ਹੈ, ਇੱਕ ਥਾਂ ਤੇ ਖੜਾ ਰਹਿੰਦਾ ਹੈ। ਮੁਖ ਝੂਠ ਵਿਭੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਤਿੰਨ ਵਕਤ ਦੀ ਵਿਚਾਰ, ਡੂੰਘੀ ਵਿਚਾਰਧਾਰਾ, ਗਹਿਰੀ ਵਿਚਾਰਧਾਰਾ, ਦਰਸ਼ਨ ਸ਼ਾਸਤਰ ਦੁਨੀਆ ਦੇ ਸਾਹਮਣੇ ਰੱਖਦਾ ਹੈ। ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਗਲ ਦੇ ਵਿੱਚ ਮਹਿੰਗੀਆਂ ਤੋਂ ਮਹਿੰਗੀਆਂ, ਮਹੀਨ ਤੋਂ ਮਹੀਨ ਮਾਲਾਵਾਂ ਪਾਈਆਂ ਹੋਈਆਂ ਨੇ। ਤਿਲਕ ਲਲਾਟੰ, ਲਲਾਟ ਦਾ ਮਤਲਬ ਮੱਥਾ ਹੁੰਦਾ, ਤਿਲਕ ਦਾ ਅਰਥ ਹੈ ਕੀਮਤੀ ਚੰਦਨ ਦੇ ਤਿਲਕ ਮੱਥੇ ਤੇ ਲਾਏ ਨੇ। ਦੋਏ ਧੋਤੀ ਬਸਤਰ, ਦੂਰੀਆਂ ਦੂਰੀਆਂ ਧੋਤੀਆਂ, ਬਸਤਰ ਕਪਾਟਨ, ਐਨ ਚਿੱਟੇ ਦੁੱਧ ਵਰਗੇ ਬਸਤਰ। ਸਿਰ ਪੂਜਸ ਬਗਲ ਸਮਾਧੰ, ਮੁਖ ਝੂਠ ਵਿਭੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਕਹਿਣ ਲੱਗੇ ਮੁਖ ਦੇ ਝੂਠ ਨੂੰ ਸੱਚ ਦੇ ਗਹਿਣੇ ਨਾਲ ਸ਼ਿੰਗਾਰ ਕੇ ਸਿੱਟਦਾ ਕਰ। ਅੰਦਰ ਤਾਂ ਝੂਠ ਹੈ, ਪਰ ਬਾਹਰੀ ਤੌਰ ਤੇ ਇਹੋ ਜਿਹੇ ਸ਼ਿੰਗਾਰ ਕੇ ਗੱਲਾਂ ਸਿੱਟਦਾ ਹੈ ਕਿ ਸਾਹਮਣੇ ਵਾਲਾ ਇਹੋ ਜਿਹਾ ਪ੍ਰਭਾਵਿਤ ਹੋ ਜਾਂਦਾ। ਉਹ ਕਹਿੰਦਾ ਵੀ ਸੱਚ ਤਾਂ ਹੈ ਹੀ ਇਸ ਬੰਦੇ ਕੋਲ, ਦੂਜਾ ਬੰਦਾ ਤਾਂ ਦੁਨੀਆ ਤੇ ਸੱਚਾ। ਜਿੰਨੇ ਅੱਜ ਤੱਕ ਰਹਿਬਰ ਹੋਏ ਨੇ ਸਾਰਿਆਂ ਨੇ ਕੁਝ ਨਾ ਕੁਝ ਤਾਂ ਝੂਠ ਬੋਲਿਆ, ਜਿਹੜਾ ਵੱਡਾ ਸੱਚ ਹੈ ਨਾ ਉਹ ਤਾਂ ਅੱਜ ਸਾਹਮਣੇ ਆਇਆ। ਪਤਾ ਹੀ ਹੋਣ ਲੱਗਿਆ ਵੀ ਐਡਾ ਵੱਡਾ ਹੁੰਦਾ ਸੱਚ। ਕੀ ਦਸੀਏ ਵੀ ਇਹ ਸੱਚ ਨਹੀਂ ਹੈ, ਅਸਲ ਦੇ ਵਿੱਚ ਝੂਠ ਨੂੰ ਸ਼ਿੰਗਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਮੁਖ ਝੂਠ ਵਿਭੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ, ਗਲ ਦੇ ਵਿੱਚ ਮਾਲਾ ਵੀ ਪਹਿਨੀ ਹੋਈ ਹੈ, ਗਲ ਮਾਲਾ ਤਿਲਕ ਲਲਾਟੰ, ਦੋਏ ਧੋਤੀ ਵਸਤਰ ਕਪਾਟੰ, ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਕਹਿਣ ਲੱਗੇ ਜੇ ਸੱਚਮੁੱਚ ਇਸ ਬੰਦੇ ਨੇ ਰੱਬ ਨੂੰ ਜਾਣਿਆ ਹੁੰਦਾ ਨਾ ਤੇ ਆ ਫਿਰ ਸਾਰੇ ਦੇ ਸਾਰੇ ਕਰਮ ਇਹਨੇ ਛੱਡ ਦੇਣੇ ਸੀ। ਕਿਉਂਕਿ ਜਿਹੜਾ ਸੱਚ ਹੈ, ਇੱਕ ਬੜੀ ਸੋਹਣੀ ਬਾਤ ਇੱਕ ਵਿਦਵਾਨ ਨੇ ਕਹੀ ਸੀ, ਮੇਰੇ ਚੇਤੇ ਆ ਜਾਂਦੀ ਹੈ। ਕਹਿਣ ਲੱਗੇ ਜਦੋਂ ਕਿਸੇ ਨੂੰ ਸੱਚ ਪ੍ਰਾਪਤ ਹੁੰਦਾ ਉਹ ਬੋਲਦਾ ਨਹੀਂ, ਤੇ ਜਿਹੜਾ ਬੋਲਦਾ ਉਹਦੇ ਕੋਲ ਸੱਚ ਨਹੀਂ ਹੁੰਦਾ। ਜਿਹੜਾ ਭਾਂਡਾ ਭਰ ਜਾਂਦਾ ਉਹ ਖੜਕਦਾ ਨਹੀਂ, ਤੇ ਜਿਹੜੇ ਖੜਕਦੇ ਨੇ ਉਹ ਉਹਨਾਂ ਦੇ ਵਿੱਚ ਕੁਝ ਨਹੀਂ ਹੁੰਦਾ। ਆਹ ਬੜੀ ਵੱਡੀ ਸਮੱਸਿਆ ਹੈ। ਬਹੁਤਾ ਬੋਲਣ ਵਾਲਾ ਉਹਦਾ ਕੀ ਹੈ, ਉਹ ਖਾਲੀ ਬਰਤਨ ਵਰਗਾ, ਉਸ ਖਾਲੀ ਭਾਂਡੇ ਵਰਗਾ ਹੈ, ਜਿਹੜੇ ਭਾਂਡੇ ਦੇ ਵਿੱਚ ਕੁਝ ਵੀ ਨਹੀਂ ਹੈ। ਤੇ ਕਹਿਣ ਲੱਗੇ ਜਿਹੜਾ ਭਰ ਜਾਂਦਾ ਉਹ ਬਿਲਕੁਲ ਚੁੱਪ ਹੋ ਜਾਂਦਾ ਹੈ। ਫਿਰ ਇਸ ਕਰਕੇ ਅੱਜ ਤੱਕ ਜਿਹੜੇ ਲੋਕ ਜਿਨ੍ਹਾਂ ਨੇ ਸੱਚ ਨੂੰ ਪਰਖਿਆ, ਸੱਚ ਨੂੰ ਪਛਾਣਿਆ, ਜਿਹੜੇ ਸੱਚ ਤੱਕ ਪਹੁੰਚੇ, ਉਹ ਬਿਲਕੁਲ ਮੌਨ ਹੋ ਗਏ, ਬਿਲਕੁਲ ਚੁੱਪ ਹੋ ਗਏ। ਤੇ ਜਿਵੇਂ ਹੀ ਚੁੱਪ ਹੋਏ, ਦੁਨੀਆ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਝੂਠੇ ਨੇ। ਜਿਨ੍ਹਾਂ ਨੇ ਕੁਝ ਨਹੀਂ ਪਹਿਚਾਣਿਆ ਉਹਨਾਂ ਨੇ ਰੌਲਾ ਬੜਾ ਪਾਇਆ, ਲੋਕਾਂ ਨੇ ਕਹਿ ਦਿੱਤਾ ਸੱਚ ਇਹਨਾਂ ਕੋਲ ਹੈ। ਜਿਹੜੇ ਬਹੁਤਾ ਰੌਲਾ ਪਾਉਂਦੇ ਨੇ, ਜਿਹੜੇ ਜਿਨ੍ਹਾਂ ਕੋਲ ਪ੍ਰਾਪਤੀ ਹੈ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਨੁਕਤਾ ਬੜਾ ਜ਼ਬਰਦਸਤ ਦਿੱਤਾ ਸਾਨੂੰ। ਕਹਿਣ ਲੱਗੇ ਦੱਸ ਉਹ ਸਕੇਗਾ ਜਿਹਨੇ ਜਾਣਿਆ ਕੁਝ ਨਹੀਂ। ਮੇਰੇ ਵਰਗੇ ਜਿਨ੍ਹਾਂ ਨੂੰ ਕੱਖ ਵੀ ਨਹੀਂ ਪਤਾ ਉਹ ਦੱਸਦੇ ਨੇ, ਜਿਨ੍ਹਾਂ ਨੇ ਜਾਣ ਲਿਆ ਨਾ ਉਹ ਕਹਿ ਨਹੀਂ ਸਕਦੇ, ਕਿਉਂਕਿ ਇੱਕ ਜੀਵ ਦੇ ਦੁਆਰਾ ਉਹਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਜਾਣਿਆ, ਜੇ ਹਉ ਜਾਣਾ ਆਖਾਂ ਨਾਹੀਂ, ਜਪਜੀ ਸਾਹਿਬ ਦੇ ਬੋਲ ਨੇ, ਸੌਖੇ ਜਿਹੇ ਸ਼ਬਦ ਨੇ, ਕੋਈ ਔਖਾ ਨਹੀਂ ਇਹਦੇ ਵਿੱਚ, ਕੁਝ ਵੀ ਮੈਨੂੰ ਲੱਗਦਾ ਵਿਖਿਆਨ ਕਰਨ ਦੀ ਲੋੜ ਨਹੀਂ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਕੇਵਲ ਇੰਨੀ ਗੱਲ ਹੈ ਵੀ ਜਿਹਨੂੰ ਮੈਂ ਜਾਣ ਲਿਆ ਨਾ ਉਹ ਮੈਨੂੰ ਭੁੱਲੇ ਨਾ, ਮੈਂ ਦੂਜਿਆਂ ਨੂੰ ਦੱਸ ਕੇ ਕੀ ਲੈਣਾ। ਮੇਰਾ ਕੋਈ ਮਸਲਾ ਨਹੀਂ, ਜਿਹੜਾ ਰਸ ਮੈਨੂੰ ਆ ਗਿਆ ਬਸ ਇੱਕ ਕਿਰਪਾ ਕਰ ਦੇਈ, ਉਹ ਰਸ ਤੋਂ ਮੈਂ ਕਿਤੇ ਬੇਰਸ ਨਾ ਹੋ ਜਾਵਾਂ, ਕਿਤੇ ਉਹ ਰਸ ਟੁੱਟੇ ਨਾ। ਪਰ ਇੱਕ ਬੜੀ ਵੱਡੀ ਇਸ ਰਸ ਦੀ ਜਿਹੜਾ ਗੁਣ ਹੈ, ਇਸ ਰਸ ਦਾ ਬੜਾ ਵੱਡਾ ਇੱਕ ਆਨੰਦ ਹੈ ਵੀ ਜਿਹਨੂੰ ਆ ਜਾਵੇ ਪਰਤ ਕੇ ਜਾਂਦਾ ਨਹੀਂ, ਤੇ ਜੇ ਆਉਂਦਾ ਤੇ ਜਾਂਦਾ ਨਾ, ਸਮਝ ਲੈਣਾ ਕਿ ਉਹ ਅਜੇ ਤੱਕ ਆਇਆ ਨਹੀਂ।
ਕਿਉਂਕਿ ਜਦੋਂ ਆਉਂਦਾ ਹੈ ਪਰਤ ਕੇ ਜਾਂਦਾ ਨਹੀਂ। ਕਿਹਦੇ ਕੋਲ ਇੰਨੀ ਤਾਕਤ ਹੈ, ਕਿਹੜੀ ਦੁਨੀਆ ਦੀ ਐਸੀ ਸ਼ੈ ਹੈ ਜਿਹੜੀ ਉਸ ਰਸ ਨੂੰ ਬੇਰਸ ਕਰ ਸਕੇ, ਉਸ એનર્ਜੀ ਦੇ ਉੱਪਰ ਦੀ ਜਿਹੜਾ ਉਹਦੇ ਤੋਂ ਹਾਵੀ ਹੋ ਸਕੇ? ਨਹੀਂ ਹੈ। ਅਸਲ ਦੇ ਵਿੱਚ ਕਿਤੇ ਕਿਤੇ ਕੁਝ ਸੰਕੇਤ ਮਿਲਦੇ ਨੇ, ਜਿਵੇਂ ਕਿਤੇ ਅਸੀਂ ਬੜੀ ਗਰਮੀ ਦੇ ਵਿੱਚ ਬੈਠੇ ਹੁੰਦੇ ਆ ਤੇ ਕਿਸੇ ਬੰਦ ਕਮਰੇ ਦੇ ਵਿੱਚ ਕਿਤੇ ਇੱਕ ਬੂਹਾ ਖੁੱਲ੍ਹਾ ਹੈ, ਇੱਕ ਖਿੜਕੀ ਖੁੱਲ੍ਹੀ ਹੈ, ਹਵਾ ਕਈ ਵਾਰ ਘੁੰਮ ਕੇ ਕਿਤੇ ਹਵਾ ਦਾ ਬੁੱਲਾ ਆਉਂਦਾ ਹੈ ਤੇ ਇੱਕਦਮ ਸੰਕੇਤ ਮਿਲਦਾ ਕਿ ਹਵਾ ਠੰਡੀ ਚੱਲ ਰਹੀ ਹੈ। ਉਹ ਸੰਕੇਤ ਨਾਲ ਥੋੜੀ ਜਿਹੀ ਰਾਹਤ ਆਉਂਦੀ ਹੈ, ਪਰ ਅਜੇ ਤੱਕ ਅਸੀਂ ਉਹ ਲਗਾਤਾਰ ਇੱਕ ਰਸ ਵਗ ਰਹੀ ਹਵਾ ਦਾ ਆਨੰਦ ਨਹੀਂ ਮਾਣਿਆ ਹੁੰਦਾ। ਪਰ ਜਿੰਨੀ ਕੁ ਰਾਹਤ ਆਉਂਦੀ ਹੈ, ਮਨੁੱਖ ਉਸ ਨੂੰ ਕਹਿੰਦਾ ਵੀ ਹਾਂ ਠੰਡਾ ਬੁੱਲਾ ਆਇਆ ਹੈ। ਅਸਲ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਇਹ ਹੈ ਕਿ ਕਿਤੇ ਕਿਤੇ ਕੋਈ ਬੁੱਲਾ ਆ ਜਾਂਦਾ ਹੈ ਤੇ ਮਨੁੱਖ ਉਸ ਬੁੱਲੇ ਨੂੰ ਪ੍ਰਾਪਤੀ ਸਮਝ ਲੈਂਦਾ ਹੈ ਕਿ ਪ੍ਰਾਪਤੀ ਹੋ ਗਈ। ਇਹ ਬੜੀ ਵੱਡੀ ਤਰਾਸਦੀ ਹੈ ਮਨੁੱਖ ਦੀ, ਕਿ ਉਹ ਥੋੜੀਆਂ ਥੋੜੀਆਂ ਕਿਤੇ ਝਲਕਾਂ ਪੈਂਦੀਆਂ ਨੇ, ਥੋੜੀਆਂ ਥੋੜੇ ਕਿਤੇ ਵਿਜ਼ਨ ਹੁੰਦਾ ਹੈ ਕਿਤੇ ਨਾ ਕਿਤੇ। ਜਿਸ ਤਰ੍ਹਾਂ ਸੁਪਨੇ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਮਨੁੱਖ ਨੂੰ ਬਹੁਤ ਸੋਹਣੇ ਸੁਪਨੇ ਆਉਂਦੇ ਨੇ ਤੇ ਮਨੁੱਖ ਉਹਨਾਂ ਨੂੰ ਸਵਰਗ ਦੀ ਜਿਹੜੀ ਹੈ ਤਸਵੀਰ ਦੇ ਦਿੰਦਾ ਹੈ, ਉਸ ਤਰ੍ਹਾਂ ਹੈ। ਕਿਤੇ ਨਾ ਕਿਤੇ ਵਿਜ਼ਨ ਹੁੰਦਾ ਥੋੜਾ ਬਹੁਤਾ ਤੇ ਬੰਦਾ ਕਹਿੰਦਾ ਮੈਨੂੰ ਪ੍ਰਾਪਤੀ ਹੋ ਗਈ, ਤੇ ਅਸਲ ਦੇ ਵਿੱਚ ਪ੍ਰਾਪਤੀ ਨਹੀਂ ਹੈ। ਉਹ ਕੀ ਹੈ, ਕਿਤੇ ਕੋਈ ਝਲਕਾਰਾ ਪੈ ਗਿਆ ਥੋੜਾ ਬਹੁਤਾ, ਕਿਤੇ ਕੋਈ ਝਲਕ ਪੈ ਗਈ ਤੇ ਉਸ ਝਲਕ ਦਾ ਭੁਲੇਖਾ ਪੈ ਗਿਆ। ਖਰ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਜਿਹੜੀ ਗੱਲ ਕਹੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ, ਉਹਨਾਂ ਨੇ ਇਹਨਾਂ ਸ਼ਬਦਾਂ ਦੇ ਵਿੱਚ ਬੜਾ ਖੋਲ ਕੇ ਸਾਨੂੰ ਲਿਖ ਦਿੱਤਾ, ਸਾਨੂੰ ਸਮਝਾ ਦਿੱਤਾ। ਕਹਿਣ ਲੱਗੇ ਮਨੁੱਖ ਨੇ ਹਰ ਇੱਕ ਚੀਜ਼ ਦੇ ਉੱਪਰ, ਜਿਹੜਾ ਸੰਸਾਰ ਦੇ ਵਿੱਚ ਹੈ, ਅੰਦਰ ਸੱਚ ਹੈ ਪਰ ਬਾਹਰ ਇੱਕ ਮਾਇਆ ਦਾ ਮਲੰਮਾ ਚੜਿਆ ਹੋਇਆ ਹੈ, ਮਾਇਆ ਦਾ ਰੰਗ ਚੜਿਆ ਹੋਇਆ ਹੈ। ਉਹਦੇ ਅੰਦਰ ਇੱਕ ਉਹਨੂੰ ਸੱਚ ਚਲਾ ਰਿਹਾ ਹੈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੀਜੇ ਸਤਿਗੁਰੂ ਅੱਜ ਕਹਿ ਰਹੇ ਨੇ ਮਾਇਆ ਮਮਤਾ ਮੋਹਣੀ। ਉਹ ਬਾਹਰੀ ਜਿਹੜਾ ਉਹਦੇ ਉੱਪਰ ਚੜਿਆ ਹੋਇਆ ਕਵਚ ਹੈ, ਮਨੁੱਖ ਉਹਦੇ ਵਿੱਚ ਮੋਹਿਆ ਜਾ ਰਿਹਾ ਹੈ, ਉਹਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ। ਜਿਨ ਬਿਨ ਦੰਤਾਂ ਜਗ ਖਾਇਆ, ਬਿਨਾਂ ਕਿਸੇ ਦੰਦ ਤੋਂ, ਬਿਨਾਂ ਕਿਸੇ ਹਥਿਆਰ ਤੋਂ ਸਮੁੱਚੇ ਜਗਤ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ। ਤੇ ਮਨੁੱਖ ਉਹਦੇ ਵਿੱਚੋਂ ਆਪਣੀਆਂ ਅੱਖਾਂ ਦੁਆਰਾ, ਆਪਣੇ ਕੰਨਾਂ ਦੁਆਰਾ, ਆਪਣੀ ਰਸਨਾ ਦੁਆਰਾ, ਆਪਣੀਆਂ ਨਾਸਕਾਂ ਦੁਆਰਾ, ਕਿਉਂਕਿ ਮਾਇਆ ਦੀ ਡੈਫੀਨੇਸ਼ਨ ਜਿਹੜੀ ਹੈ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਥਾਂ ਤੇ ਸਮਝ ਨਹੀਂ ਆ ਸਕੀ। ਮਾਇਆ ਹੈ ਕੀ? ਅਸੀਂ ਤਾਂ ਜਦੋਂ ਮਾਇਆ ਦੀ ਗੱਲ ਕਰਦੇ ਨੇ ਤੇ ਮੇਰੇ ਸਾਹਮਣੇ ਤਾਂ ਇੱਕ ਹੀ ਗੱਲ ਆਉਂਦੀ ਵੀ ਸ਼ਾਇਦ ਮੇਰੇ ਹੱਥਾਂ ਦੇ ਵਿੱਚ ਫੜੀ ਹੋਈ ਕਰੰਸੀ ਉਹੀ ਮਾਇਆ ਹੈ, ਸ਼ਾਇਦ ਮੇਰੇ ਘਰ ਵਿੱਚ ਪਿਆ ਹੋਇਆ ਕੁਝ ਧਨ ਸ਼ਬਾਬ ਇਹੀ ਮਾਇਆ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ, ਆਨੰਦ ਸਾਹਿਬ ਨੇ ਮਾਇਆ ਦੀ ਡੈਫੀਨੇਸ਼ਨ ਦਿੱਤੀ, ਉਹਨੂੰ ਡਿਫਾਈਨ ਕੀਤਾ, ਸਾਡੇ ਸਾਹਮਣੇ ਪਰਿਭਾਸ਼ਿਤ ਕਰਕੇ ਰੱਖਿਆ। ਕੀ ਕਹਿੰਦੇ ਨੇ? ਇਹ ਮਾਇਆ ਜਿਤ ਹਰ ਵਿਸਰੈ, ਮੋਹ ਊਪਜੈ, ਭਾਉ ਦੂਜਾ ਲਾਇਆ। ਮਾਇਆ ਦੀ ਅਸਲ ਪਰਿਭਾਸ਼ਾ ਇਹ ਹੈ, ਜਿਹੜੀ ਚੀਜ਼ ਨੂੰ ਵੇਖ ਕੇ ਮਨੁੱਖ ਦੇ ਅੰਦਰੋਂ ਸੱਚ ਦੀ ਜਿਹੜੀ ਹੈ ਤੜਪ ਖਤਮ ਹੋ ਜਾਵੇ ਤੇ ਕੇਵਲ ਉਸ ਚੀਜ਼ ਦੇ ਨਾਲ ਖਿੱਚ ਬਣ ਜਾਵੇ। ਤੇ ਸ਼ਬਦ ਵਰਤਿਆ ਅੱਜ ਮਮਤਾ। ਮਮਤਾ ਦਾ ਮਤਲਬ ਖਿੱਚ ਹੀ ਹੁੰਦਾ ਹੈ, ਤੇ ਜਿੱਥੇ ਖਿੱਚ ਬਣ ਜਾਂਦੀ ਹੈ ਉੱਥੇ ਦੂਜੀ ਚੀਜ਼ ਨਹੀਂ ਦੇਖੀ ਜਾਂਦੀ। ਫਿਰ ਕੋਈ ਵੀ ਬਾਤ ਜਿਹੜੀ ਹੈ ਉਹਦੇ ਨਾਲ ਇੰਨਾ ਨੇਹ ਨਹੀਂ। ਮੇਰੇ ਇੱਕ ਚੇਤੇ ਆ ਜਾਂਦਾ, ਸਨ 1913 ਦੀ ਇੱਕ ਘਟਨਾ ਹੈ। ਐਂਡਰਿਊ ਕਾਰਨੇਗੀ ਨਾਂ ਦਾ ਇੱਕ ਬੰਦਾ, ਜਿਹਨੇ ਉਹਨਾਂ ਦਿਨਾਂ ਦੇ ਵਿੱਚ 1 ਅਰਬ ਰੁਪਈਆ ਇਕੱਤਰਿਤ ਕੀਤਾ ਸੀ 1913 ਦੇ ਵਿੱਚ। ਉਹਦੀ ਘਟਨਾ ਦੱਸੀ ਜਾਂਦੀ ਹੈ। ਬੜਾ ਅਮੀਰ ਬੰਦਾ ਸੀ। 1 ਅਰਬ ਰੁਪਈਆ ਥੋੜਾ ਨਹੀਂ ਹੁੰਦਾ, 100 ਕਰੋੜ ਦੀ ਗਿਣਤੀ ਹੈ ਉਹਨਾਂ ਦਿਨਾਂ ਦੇ ਵਿੱਚ। ਤੇ ਜਦ ਉਹਦੀ ਮੌਤ ਆਈ ਸੀ ਨਾ, ਤੇ ਐਂਡਰਿਊ ਕਾਰਨੇਗੀ ਨੂੰ ਕਿਸੇ ਬੰਦੇ ਨੇ ਪੁੱਛਿਆ ਸੀ, ਕਹਿਣ ਲੱਗੇ ਤੁਸੀਂ 100 ਕਰੋੜ ਰੁਪਈਆ ਇਕੱਤਰਿਤ ਕੀਤਾ, 1 ਅਰਬ ਇਕੱਠਾ ਕਰਿਆ, ਅਜੇ ਕੋਈ ਮਨ ਵਿੱਚ ਕਾਮਨਾ ਰਹਿ ਗਈ? ਕਹਿਣ ਲੱਗਿਆ ਬਹੁਤ ਕਾਮਨਾ ਰਹਿ ਗਈ, ਮੈਂ ਤਾਂ 100 ਅਰਬ ਇਕੱਠਾ ਕਰਨਾ ਚਾਹੁੰਦਾ ਸੀ। 100 ਅਰਬ। ਇਹਦਾ ਮਤਲਬ ਸੱਚ ਵੱਲ ਨੂੰ ਨਹੀਂ ਮਨੁੱਖ ਤੁਰਦਾ, ਉਹ ਜਿਹੜਾ ਲਿਬਾਸ ਉਸੇ ਲਿਬਾਸ ਨਾਲ ਜੁੜਦਾ ਜਾਂਦਾ। ਤੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਫਿਰ ਉੱਥੇ ਦਿਖਾਇਆ, ਕਹਿਣ ਲੱਗੇ ਵੀ ਦੇਖੋ, ਜਿਹੜੀ ਚੀਜ਼ ਨੂੰ ਪਕੜ ਕੇ ਤੈਨੂੰ ਰੱਬ ਦੀ ਯਾਦ ਭੁੱਲ ਜਾਵੇ। ਹੁਣ ਕੋਈ ਮਨੁੱਖ ਕਿਹੜੇ ਕਿਹੜੇ ਢੰਗ ਨਾਲ ਮਨੁੱਖ ਪਕੜਦਾ ਇਹਨਾਂ ਚੀਜ਼ਾਂ ਨੂੰ। ਕਹਿਣ ਲੱਗੇ ਕੋਈ ਬੁੱਤਾਂ ਦੀ ਪੂਜਾ ਵਿੱਚ ਵੀ ਰੱਬ ਨੂੰ ਭੁੱਲਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਭਗਤ ਕਬੀਰ ਸਾਹਿਬ ਦੇ ਸ਼ਬਦ ਜਿਹੜੇ ਨੇ ਉਹ ਸਾਂਝੇ ਕੀਤੇ ਸਨ। ਕੋਈ ਮਨੁੱਖਾਂ ਦੀ ਪੂਜਾ ਵਿੱਚ ਰੱਬ ਨੂੰ ਭੁੱਲ ਜਾਂਦਾ, ਕੋਈ ਆਪਣੇ ਤਨ ਦੀ ਸੰਭਾਲ ਵਿੱਚ ਰੱਬ ਨੂੰ ਭੁੱਲਿਆ ਹੋਇਆ, ਕੋਈ ਧਨ ਦੀ ਸੰਭਾਲ ਦੇ ਵਿੱਚ ਰੱਬ ਨੂੰ ਭੁੱਲਿਆ ਹੋਇਆ। ਤੇ ਬੁਰਾ ਨਾ ਮਨਾ ਲਿਆ ਜੇ, ਮਨੁੱਖ ਆਪਣੇ ਮਨ ਦੀ ਸੰਭਾਲ ਵਿੱਚ ਵੀ ਰੱਬ ਨੂੰ ਭੁੱਲ ਜਾਂਦਾ ਹੈ।
ਤਨ ਦੀ ਸੰਭਾਲ ਦੇ ਵਿੱਚ ਤਾਂ ਰੱਬ ਨੂੰ ਭੁੱਲਦੇ ਨੇ ਦੁਨੀਆ ਦੇ ਲੋਕ। ਸੁੰਦਰਤਾ ਆਪਣੀ ਨੁਮਾਇਸ਼ ਕਰਨੀ, ਹੱਦ ਹੋ ਗਈ। ਰੱਬੀ ਦਿੱਤੀ ਦਾਤ ਹੈ, ਉਹਦੀ ਕਾਦੀ ਨੁਮਾਇਸ਼ ਹੈ? ਮੁਕਾਬਲੇ ਹੁੰਦੇ ਨੇ ਤਨ ਦੀ ਨੁਮਾਇਸ਼ ਦੇ, ਸੁੰਦਰਤਾ ਮੁਕਾਬਲੇ। ਰੱਬ ਦੀ ਦਿੱਤੀ ਦਾਤ ਜੇ ਕੋਈ ਅਸੀਂ ਸਾਡੀ ਪ੍ਰਾਪਤੀ ਹੋਵੇ, ਸਾਡੀ ਅਚੀਵਮੈਂਟ ਹੋਵੇ ਤੇ ਮੁਕਾਬਲਾ ਠੀਕ ਲੱਗਦਾ ਹੈ। ਰੱਬ ਦੀ ਦਾਤ ਦਾ ਕਾਹਦਾ ਮੁਕਾਬਲਾ? ਭੁੱਲਿਆ ਹੋਇਆ ਹੈ ਉਹ। ਜਿਹੜੇ ਹੱਥ ਪੈਰ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕਹਿੰਦੀ ਹੈ ਤੈਨੂੰ ਦਿੱਤੇ ਕਾਹਦੇ ਵਾਸਤੇ ਸਨ? ਨੁਮਾਇਸ਼ ਵਾਸਤੇ? ਨਹੀਂ। ਪਸ਼ੂ ਤਾਂ ਕਦੇ ਨੁਮਾਇਸ਼ ਨਹੀਂ ਕਰਦੇ। ਪਸ਼ੂਆਂ ਨੂੰ ਜਿਹੜੇ ਕੰਮ ਵਾਸਤੇ ਜਿਹੜੇ ਅੰਗ ਦਿੱਤੇ ਨੇ ਉਵੇਂ ਵਰਤਦੇ ਨੇ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਹੈ, ਕਹਿਣ ਲੱਗੇ ਪਸ਼ੂ ਤੇਰੇ ਤੋਂ ਕਿਤੇ ਜਾ ਕੇ ਇੱਥੇ ਆ ਕੇ ਚੰਗੇ ਨੇ, ਕਿਉਂਕਿ ਜਿਹੜਾ ਕਰਮ ਉਹਨਾਂ ਨੂੰ ਮਿਲਿਆ ਹੁਕਮ ਵਿੱਚ ਤੁਰੇ ਜਾ ਰਹੇ ਨੇ। ਤੂੰ ਜਿਹੜਾ ਸਰੀਰ ਤੈਨੂੰ ਮਿਲਿਆ ਤੂੰ ਉਸ ਥਾਂ ਤੇ ਵਰਤ ਹੀ ਨਹੀਂ ਰਿਹਾ, ਗਲਤ ਥਾਂ ਦੇ ਉੱਤੇ ਵਰਤੋਂ ਕਰ ਰਿਹਾ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਪਸ਼ੂ ਵਾਲੀਆਂ ਕਰਤੂਤਾਂ ਕਰੇ ਤੇ ਬਾਤ ਠੀਕ ਹੈ, ਪਰ ਕਹਿਣ ਲੱਗੇ ਮਨੁੱਖ ਹੋ ਕੇ ਜੇ ਪਸ਼ੂਆਂ ਵਾਲੀਆਂ ਕਰਤੂਤਾਂ ਕਰੇ ਬਾਤ ਜੱਚਦੀ ਨਹੀਂ। ਮਨੁੱਖ ਨੂੰ ਤਾਂ ਆਪਣੇ ਸਰੀਰ ਬਾਰੇ ਪਤਾ ਹੋਣਾ ਚਾਹੀਦਾ, ਮੈਂ ਕਿਵੇਂ ਵਰਤਣਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਫਿਰ ਨਿੱਤਾ ਪ੍ਰਤੀ ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ, ਗੁਰ ਨਾਉ। ਤੈਨੂੰ ਅੱਖਾਂ ਕਾਹਦੇ ਵਾਸਤੇ ਦਿੱਤੀਆਂ ਸਨ? ਇਹ ਦੂਜਿਆਂ ਨੂੰ ਕੇਵਲ ਦਿਖਾਉਣ ਵਾਸਤੇ ਦਿੱਤੀਆਂ ਸਨ? ਇਹ ਅੱਖਾਂ ਕੇਵਲ ਸ਼ਿੰਗਾਰ ਕਰਨ ਵਾਸਤੇ ਦਿੱਤੀਆਂ ਸਨ? ਨਹੀਂ। ਨੇਤਰੀ ਸਤਿਗੁਰ ਪੇਖਣਾ, ਇਹਨਾਂ ਅੱਖਾਂ ਦੇ ਨਾਲ ਤੂੰ ਸੰਦੂਰ ਨੂੰ ਤੱਕਣਾ ਸੀ, ਤੂੰ ਮਹਿਸੂਸ ਕਰਨਾ ਸੀ। ਘਟ ਘਟ ਮੈਂ ਅੰਤਰ ਹੈ ਜਾਂ ਕਾ, ਘਟ ਘਟ ਮੈਂ ਵਾਹਿਗੁਰੂ ਸੰਪਟ ਹੈ ਜਾਂ ਕਾ, ਜਿਹਦਾ ਵਾਸਾ ਘਟ ਘਟ ਦੇ ਵਿੱਚ ਹੈ, ਜਿਹੜਾ ਹਰ ਇੱਕ ਥਾਂ ਦੇ ਉੱਤੇ ਮੌਜੂਦ ਹੈ। ਤੂੰ ਇਹਨਾਂ ਕੰਨਾਂ ਦੇ ਨਾਲ ਕੀ ਕੀਤਾ? ਤੈਨੂੰ ਸੁਣਨ ਵਾਸਤੇ ਦਿੱਤੇ ਸਨ ਕੀ? ਸੰਸਾਰ ਦੀ ਸਮੁੱਚੀ ਲੱਚਰਤਾ ਤੂੰ ਸੁਣ ਸੁਣ ਕੇ ਆਪਣੇ ਅੰਦਰ ਵਾੜ ਲੈਣੀ ਸੀ। ਤੇ ਜਿਹੜਾ ਇੱਕ ਸ਼ਬਦ ਜਿਹਦੇ ਆਸਰੇ ਤੇਰਾ ਜਨਮ ਹੋਇਆ ਸੀ, ਜਿਹਦੇ ਉੱਪਰ ਤੂੰ ਟਿਕਿਆ ਹੋਇਆ, ਜਿਹੜਾ ਤੇਰੇ ਅੰਦਰ ਵੀ ਕਿਤੇ ਕਿਤੇ ਉਹਦੀ ਲੋ ਜਗਦੀ ਹੈ, ਕਿਤੇ ਕਿਤੇ ਮਨੁੱਖ ਦੇ ਅੰਦਰ ਜਿਹੜਾ ਨਾ ਧਰਮ ਦੇ ਪ੍ਰਤੀ, ਸੱਚ ਦੇ ਪ੍ਰਤੀ ਕਿਤੇ ਨਾ ਕਿਤੇ ਲਹਿਰ ਉੱਠਦੀ ਹੈ। ਉਹ ਉਸੇ ਤਰ੍ਹਾਂ ਹੀ ਉਸ ਝਲਕਾਰੇ ਵਾਂਗੂ, ਜਿਵੇਂ ਬੱਦਲਾਂ ਦੇ ਵਿਚਕਾਰ ਦੀ ਚੰਨ ਕਿਤੇ ਨਾ ਕਿਤੇ ਝਲਕਾਰਾ ਮਾਰ ਜਾਂਦਾ ਹੈ, ਫਿਰ ਇੱਕ ਬਦਲੀ ਅੱਗੇ ਆ ਜਾਂਦੀ ਹੈ। ਗਹਿਰੇ ਬੱਦਲ ਹੋਣ ਤੇ ਕਿਤੇ ਥੋੜੀ ਜਿਹੀ ਵਿਰਲ ਨਿਕਲਦੀ ਹੈ ਤੇ ਚੰਨ ਦੀਆਂ ਰੇਸ਼ਮਾਂ ਧਰਤੀ ਤਾਈਂ ਪਹੁੰਚਦੀਆਂ ਨੇ, ਫਿਰ ਅਗਲੀ ਬਦਲੀ ਅੱਗੇ ਆ ਜਾਂਦੀ ਹੈ। ਕਹਿਣ ਲੱਗੇ ਉਸੇ ਤਰ੍ਹਾਂ ਤੇਰੇ ਅੰਦਰ ਦੀ ਜਿਹੜੀ ਜੋਤ ਹੈ, ਉਹਦੇ ਉੱਪਰ ਚਾਰ ਸਪੇਰੇ ਤੋਂ ਇੱਕ ਮਲੰਮਾ ਜਿਹੜਾ ਹੈ ਮਾਇਆ ਦਾ ਇਕੱਠਾ ਕਰ ਲਿਆ, ਜਿਹਨੇ ਤੇਰੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹੈ ਹੌਲੀ ਹੌਲੀ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਫਿਰ ਕੀ ਕਹਿੰਦੇ ਨੇ ਅੱਗੇ? ਕਹਿਣ ਲੱਗੇ ਮਨਮੁਖ ਖਾਧੇ। ਖਾਧੇ ਕੌਣ ਗਏ? ਮਨਮੁਖ। ਹੁਣ ਮਨੁੱਖ ਤਾਂ ਦਾਅ ਉਮਰ ਤੱਕ ਆਪਣੇ ਮਨ ਨੂੰ ਇਕੱਠਾ ਕਰਨ ਵਾਸਤੇ ਜ਼ੋਰ ਲਾਉਂਦਾ ਰਹਿੰਦਾ ਹੈ, ਤੇ ਗੁਰੂ ਕਹਿੰਦਾ ਜਿਹੜਾ ਮਨ ਦੇ ਉੱਤੇ ਜ਼ੋਰ ਲਾਉਂਦਾ ਹੈ, ਮਨ ਦੇ ਉੱਤੇ ਤਾਕਤ ਲਾਉਂਦਾ, ਉਹ ਮਨੁੱਖ ਤਾਂ ਮਨਮੁਖ ਹੈ। ਇਹ ਤਾਂ ਗੁਰੂ ਸਾਹਿਬ ਦੀ ਸ਼ਬਦਾਵਲੀ ਹੈ। ਅਸੀਂ ਤਾਂ ਕਹਿੰਦੇ ਮਨ ਨੂੰ ਇਕਾਗਰ ਕਰੋ, ਮਨ ਦੇ ਉੱਤੇ ਸਾਰੀ ਕੌਨਸੈਂਟਰੇਸ਼ਨ। ਤੇ ਕਮਾਲ ਦੀ ਗੱਲ ਹੈ, ਗੁਰੂ ਸਾਹਿਬ ਨੇ ਕਿਹਾ ਜਿਹੜਾ ਮਨ ਕੰਨੀ ਬਹੁਤਾ ਧਿਆਨ ਦਿੰਦਾ ਉਹ ਤਾਂ ਮਨਮੁਖ ਹੁੰਦਾ ਹੈ। ਤੇ ਮਨਮੁਖ ਤਾਂ ਕੋਈ ਬੰਦਾ ਅਖਵਾਉਣਾ ਨਹੀਂ ਚਾਹੁੰਦਾ। ਜੇ ਮਨਮੁਖ ਅਸੀਂ ਅਖਵਾਉਣਾ ਨਹੀਂ ਚਾਹੁੰਦੇ ਤੇ ਮਨਮੁਖਾਂ ਵਾਲੇ ਕੰਮ ਕਿਉਂ ਕਰਦੇ ਆ? ਮਨ ਦੇ ਉੱਤੇ ਕਿਉਂ ਇੰਨਾ ਜ਼ੋਰ ਦਿੱਤਾ ਹੈ? ਮਾਫ ਕਰਨਾ, ਭਾਵੇਂ ਜਿਹੜੀ ਚੀਜ਼ ਜਿਹਨੂੰ ਅਸੀਂ ਜਿਹੜਾ ਜ਼ਰੂਰੀ ਨਾ ਵੀ ਸਮਝਦੇ ਹੋਈਏ ਨਾ, ਉਹਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਈਏ ਤੇ ਪ੍ਰਫੁੱਲਤ ਹੋਣ ਲੱਗ ਜਾਂਦੀ ਹੈ। ਮਨ ਨੂੰ ਇੱਕ ਪਾਸੇ ਤਾਂ ਮਨੁੱਖ ਨੇ ਕਹਿ ਦਿੱਤਾ ਵੀ ਮਾਰਨਾ ਹੈ, ਦੂਜੇ ਪਾਸੇ ਇਸ ਮਨ ਨੂੰ ਟਿਕਾ ਵੀ ਰਿਹਾ। ਬੜੀ ਵੱਡੀ ਸਮੱਸਿਆ ਖੜੀ ਹੋ ਗਈ। ਇਹਨੂੰ ਮਾਰੇਗਾ ਕਿ ਟਿਕਾਏਗਾ? ਸਤਿਗੁਰੂ ਕਹਿੰਦੇ ਨੇ ਇਹਦਾ ਸਿਸਟਮ ਹੀ ਛੱਡ ਦੇ, ਇਹਨੂੰ ਪਾਸੇ ਕਰ ਇੱਕ ਵਾਰੀ। ਕਿਵੇਂ? ਮਨ ਨੂੰ ਪਾਸੇ ਕਰਨ ਦਾ ਤਰੀਕਾ ਕੀ ਹੈ? ਮਨ ਰੁਕ ਸਕਦਾ ਹੈ, ਮਨ ਮਾਰਿਆ ਜਾ ਸਕਦਾ ਜਾਂ ਪਾਸੇ ਕੀਤਾ ਜਾ ਸਕਦਾ। ਕਹਿਣ ਲੱਗੇ ਰੋਕ ਤੇਰੇ ਤੋਂ ਪਾਉਣਾ ਨਹੀਂ, ਤੂੰ ਰੋਕ ਨਹੀਂ ਸਕੇਗਾ, ਕਿਉਂਕਿ ਇੰਨੀ ਜ਼ਬਰਦਸਤ ਤਾਕਤ ਹੈ, ਇੰਨੀ ਸਟਰੈਂਥ ਹੈ ਇਹਦੇ ਵਿੱਚ ਕਿ ਇਹ ਸੁੱਤਾ ਹੋਇਆ ਵੀ ਨਹੀਂ ਰੁਕਦਾ। ਫਰੀਦ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਹੈ। ਕਹਿਣ ਲੱਗੇ ਤੂੰ ਤਾਂ ਕਹਿਣਾ ਨਾ ਵੀ ਇਹਨੂੰ ਰੋਕ ਲਵਾਂਗਾ, 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਹਜ਼ਾਰਾਂ ਉਲਾਮੇ ਰਾਤ ਦੇ ਸਮੇਂ ਕੱਟਦਾ ਹੈ। ਫਿਰ ਕਿਵੇਂ ਕੀਤਾ ਜਾਵੇ? ਕੋਈ ਉਪਰਾਲਾ ਹੈ, ਕੋਈ ਉਪਾਅ ਹੈ? ਸਤਿਗੁਰੂ ਕਹਿੰਦੇ ਨੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ। ਬਸ ਇਸ ਮਨ ਨੂੰ ਆਪਣੇ ਗੁਰੂ ਦੇ ਸਾਹਮਣੇ ਲਿਆ ਕੇ ਸਮਰਪਿਤ ਕਰਦੇ। ਸਤਿਗੁਰੂ ਤੈਨੂੰ ਸੌਂਪ ਦਿੱਤਾ। ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ,
ਤਨ ਮਨ ਧਨ ਸਭ ਸੌਂਪ ਗੁਰ ਕੋ। ਤੂੰ ਇਹਦੇ ਨਾਲ ਮੱਥਾ ਨਾ ਮਾਰ, ਤੇਰੇ ਤੋਂ ਨਹੀਂ ਕਾਬੂ ਵਿੱਚ ਆਵੇਗਾ, ਤੇਰੇ ਤੋਂ ਕਾਬੂ ਵਿੱਚ ਨਹੀਂ ਆਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਇੱਕ ਬੜਾ ਵੱਡਾ ਜਿਹੜਾ ਹੈ ਸਾਨੂੰ ਸੁਨੇਹਾ ਦਿੱਤਾ ਹੈ, ਤੇ ਬੜਾ ਵੱਡਾ ਸਾਨੂੰ ਇੱਕ ਚੇਤਾਵਨੀ ਵੀ ਦਿੱਤੀ ਹੈ। ਇਸ ਸੁਨੇਹੇ ਦੇ ਵਿੱਚ ਇੱਕ ਗੱਲ ਤਾਂ ਇਹ ਕਹਿ ਦਿੱਤੀ, ਮਨ ਨੂੰ ਜਿੱਤਣ ਵਾਲਾ ਮਨੁੱਖ ਦੁਨੀਆ ਨੂੰ ਜਿੱਤਣ ਵਾਲਾ ਹੋ ਸਕਦਾ ਹੈ। ਵਿਸ਼ਵ ਨੂੰ ਜਿੱਤਣ ਵਾਲਾ ਮਨੁੱਖ ਤਾਂ ਛੋਟਾ ਹੈ, ਪਰ ਮਨ ਨੂੰ ਜਿੱਤਣ ਵਾਲਾ ਮਨੁੱਖ ਬੜਾ ਵੱਡਾ ਹੈ। ਉਹ ਵਿਸ਼ਵ ਨੂੰ ਜਿੱਤਣ ਵਾਲੇ ਤੋਂ ਵੀ ਉੱਪਰ ਹੈ। ਪਰ ਮਨੁੱਖ ਇਸ ਕੰਮ ਨੂੰ ਇਹ ਸੋਚਦਾ ਸ਼ਾਇਦ ਬੜਾ ਸੌਖਾ ਹੋ ਜਾਵੇਗਾ। ਵਿਸ਼ਵ ਜਿੱਤਣ ਵਾਲੇ ਵੀ ਮਨ ਦੇ ਅੱਗੇ ਹਾਰੇ ਨੇ, ਆਪਣੀਆਂ ਵਿਚਾਰਾਂ ਦੇ ਅੱਗੇ ਹਾਰਦੇ ਦੇਖੇ ਗਏ ਨੇ। ਦੁਨੀਆ ਨੂੰ ਜਿੱਤਣ ਵਾਲੇ ਮਨੁੱਖ ਵੀ ਆਪਣੇ ਸੁਭਾਅ ਦੇ ਅੱਗੇ ਆਪਣੇ ਗੋਡੇ ਟੇਕ ਦਿੰਦੇ ਨੇ। ਮਨ ਕੀ ਹੈ? ਸੁਭਾਅ ਹੀ ਹੈ, ਹੋਰ ਕੀ ਹੈ? ਸਾਡੀਆਂ ਬਣੀਆਂ ਹੋਈਆਂ ਪੱਕੀਆਂ ਆਦਤਾਂ, ਸਾਡਾ ਬਣਿਆ ਹੋਇਆ ਜਿਹਨੂੰ ਅਸੀਂ ਅਨਕੌਂਸ਼ੀਅਸ ਮਾਈਂਡ ਕਹਿੰਦੇ ਨੇ, ਜਿਹਦੇ ਵਿੱਚ ਬਹੁਤ ਕੁਝ ਇਕੱਠਾ ਹੋਇਆ ਪਿਆ ਸਾਡੇ, ਜਿਹੜਾ ਬਹੁਤ ਕੁਝ ਇਕੱਤਰਤ ਕਰਕੇ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਜਿਹੜਾ ਹਿਸਾਬ ਕਿਤਾਬ ਇਕੱਤਰਤ ਕੀਤਾ ਹੈ, ਤੇ ਮਨੁੱਖ ਕਹਿੰਦਾ ਮੈਂ ਇਹਨੂੰ ਕਾਬੂ ਵਿੱਚ ਕਰ ਲਵਾਂਗਾ ਜਾਂ ਇਹਨੂੰ ਸਾਧ ਲਵਾਂਗਾ। ਬੰਦੇ ਦੇ ਵੱਸ ਦਾ ਰੋਗ ਹੀ ਨਹੀਂ ਹੈ, ਬੰਦੇ ਦੇ ਹੱਥ ਵਿੱਚ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਸੌਂਪ ਦੇ ਗੁਰੂ ਨੂੰ। ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨਿਆ ਪਾਈਏ, ਗੁਰੂ ਨੂੰ ਅਰਪਿਤ ਕਰਦੇ ਆਪਣਾ ਮਨ, ਗੁਰੂ ਦੇ ਅੱਗੇ ਸਮਰਪਿਤ ਕਰਦੇ ਆਪਣਾ ਮਨ। ਗੁਰੂ ਤੂੰ ਜਿਵੇਂ ਤੋਰਨਾ ਚਾਹਣਾ, ਹੁਣ ਮਨ ਆਪਣਾ ਗੁਰੂ ਦੇ ਅੱਗੇ ਅਰਪਿਤ ਕਰਨਾ, ਆਪਣੀ ਵਿਚਾਰਧਾਰਾ ਨੂੰ ਇੱਕ ਵਾਰੀ ਰੋਕ ਲੈਣਾ ਹੈ, ਬਸ ਹੋਰ ਕੁਝ ਵੀ ਨਹੀਂ। ਗੁਰੂ ਦੇ ਅੱਗੇ ਅਰਪਿਤ ਕਰ, ਗੁਰੂ ਦੀ ਵਿਚਾਰਧਾਰਾ ਮੁਤਾਬਕ ਜੀਵਨ, ਤਨ ਨੂੰ ਗੁਰੂ ਦੀ ਵਿਚਾਰਧਾਰਾ ਮੁਤਾਬਕ ਚਲਾਉਣਾ ਸ਼ੁਰੂ ਕਰ ਦੇ ਇੱਕ ਵਾਰ। ਸਤਿਗੁਰੂ ਹੁਣ ਮੇਰਾ ਕੁਝ ਵੀ ਨਹੀਂ, ਮੇਰਾ ਆਪਣੀ ਤਾਕਤ ਨਹੀਂ ਹੈ, ਮੇਰੀ ਆਪਣੀ ਸਮਰੱਥਾ ਨਹੀਂ ਹੈ, ਤੂੰ ਆਪਣੀ ਬਖਸ਼ਿਸ਼ ਨਾਲ ਚਲਾਉਣਾ ਹੈ। ਇੱਥੇ ਸਤਿਗੁਰਾਂ ਨੇ ਸ਼ਬਦ ਇਸੇ ਕਰਕੇ ਵਰਤਿਆ, ਮਨਮੁਖ ਖਾਧੇ। ਜਿੰਨੀ ਦੇਰ ਤੂੰ ਮਨ ਦੇ ਦੁਆਰਾ ਕੰਮ ਕਰੇਗਾ ਨਾ, ਧਰਮ ਨੂੰ ਵੀ ਮਨ ਦੁਆਰਾ ਕਮਾਉਣ ਦੀ ਕੋਸ਼ਿਸ਼ ਕਰੇਗਾ, ਤੇ ਸੱਚ ਜਾਣੀ ਮਨ ਨੇ ਤੇਰੇ ਧਰਮ ਦੇ ਸਿਸਟਮ ਦੇ ਵਿੱਚ ਵੀ ਉਥਲ ਪੁਥਲ ਮਚਾ ਦੇਣੀ ਹੈ। ਜਿੱਥੇ ਜਾ ਕੇ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਦਿਖਾਵਾ ਕਰਦਾ ਨਾ, ਉੱਥੇ ਮਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜਦੋਂ ਧਰਮ ਦੀ ਦੁਨੀਆ ਦੇ ਵਿੱਚ ਕੋਈ ਦਿਖਾਵਾ ਕਰਦਾ ਨਾ ਮਨੁੱਖ, ਜਿਹਨੂੰ ਅਸੀਂ ਕਹਿ ਦਿੰਦੇ ਭੇਖ ਹੈ, ਅਸਲ ਦੇ ਵਿੱਚ ਮਨ ਦਾ ਬੜਾ ਵੱਡਾ ਯੋਗਦਾਨ ਹੁੰਦਾ ਇਸ ਭੇਖ ਦੇ ਵਿੱਚ। ਕਿਉਂਕਿ ਮਨ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਬੜੀ ਕਾਇਮ ਰਹਿੰਦੀ ਹੈ, ਉਹ ਕਹਿੰਦਾ ਜੋ ਕੁਝ ਹੋਵੇ ਉਹਦਾ ਸੰਬੰਧ ਮੇਰੇ ਨਾਲ ਹੋਵੇ, ਜੋ ਕੁਝ ਵੀ ਹੋਵੇ ਉਹਦਾ ਸੰਬੰਧ ਜਿਹੜਾ ਨਾ ਮੇਰੇ ਨਾਲ ਹੋਵੇ। ਜੇ ਕੋਈ ਪ੍ਰਾਪਤੀ ਹੁੰਦੀ ਹੈ ਤੇ ਫਿਰ ਉਹਦੇ ਵਿੱਚ ਮੇਰਾ ਨਾਂ ਜ਼ਰੂਰ ਆਉਣਾ ਚਾਹੀਦਾ ਹੈ। ਜੇ ਕੋਈ ਅਚੀਵਮੈਂਟ ਹੈ ਤੇ ਉਹਦੇ ਵਿੱਚ ਮੈਨੂੰ ਜ਼ਰੂਰ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ। ਜੇ ਕੋਈ ਪ੍ਰਾਪਤੀ ਹੈ ਤੇ ਫਿਰ ਮੇਰਾ ਨਾਂ ਆਵੇ ਉਹਦੇ 'ਚ। ਤੇ ਮਨ ਹਰ ਇੱਕ ਸੇਵਾ ਨੂੰ ਵੀ ਆਪਣੇ ਨਾਮ ਨਾਲ ਜੋੜਦਾ ਹੈ, ਹਰ ਇੱਕ ਜਿਹੜਾ ਹੈ ਸਿਮਰਨ ਨੂੰ ਵੀ ਆਪਣੇ ਨਾਮ ਨਾਲ ਜੋੜ ਲੈਂਦਾ। ਹੁਣ ਮੇਰੇ ਮਨ ਦੇ ਵਿੱਚ ਜੇਕਰ ਵਿਚਾਰ ਚੱਲ ਰਹੀ ਤੇ ਮੈਂ ਕਹਾਂਗਾ ਇਹ ਮੈਂ ਕਰ ਰਿਹਾ, ਕਿਉਂਕਿ ਜੇ ਮਨ ਕਰ ਰਿਹਾ ਤੇ ਫਿਰ ਉਹ ਕਹਾਂਗਾ ਮੈਂ ਕਰ ਰਿਹਾ। ਪਰ ਜਿਸ ਦਿਨ ਹੀ ਆਪਣੇ ਮਨ ਨੂੰ ਵੀ ਗੁਰੂ ਦੇ ਅੱਗੇ ਅਰਪਿਤ ਕਰ ਦਿੱਤਾ, ਫਿਰ ਕਹਾਂਗਾ ਮੈਂ ਨਹੀਂ ਕਰ ਰਿਹਾ, ਗੁਰੂ ਕਰਵਾ ਰਿਹਾ। ਕਿਉਂਕਿ ਜਦੋਂ ਕਿਸੇ ਚੀਜ਼ ਦਾ ਨਾਮ ਮੈਂ ਦੇ ਨਾਲ ਜੁੜ ਜਾਂਦਾ ਹੈ, ਉਸੇ ਵਕਤ ਹੀ ਸਿਮਰਨ ਵੀ ਹਉਮੈ ਬਣ ਜਾਂਦੀ ਹੈ। ਬੁਰਾ ਨਾ ਬਣਾ ਲਿਆ ਜੀ, ਦੇਖੋ ਇਸ ਗੱਲ ਦਾ। ਬੰਦਗੀ ਕਰਨਾ ਕੀ ਹੈ? ਹਉਮੈ। ਦੁਨੀਆ ਦੇ ਵਿੱਚ 90% ਜਿਹੜੇ ਸਿਮਰਨ ਕਰਨ ਵਾਲੇ ਲੋਕ ਨੇ, ਚੋਰਾਂ ਦੇ ਨਾਲੋਂ ਵੱਧ ਹਉਮੈ ਦੇ ਵਿੱਚ ਗ੍ਰਸੇ ਹੋਏ ਨੇ। ਕਿਉਂਕਿ ਚੋਰ ਨੂੰ ਚੋਰੀ ਕਰਨ ਦਾ, ਬੁਰੇ ਬੰਦੇ ਨੂੰ ਬੁਰਾਈ ਕਰਨ ਦਾ ਕਾਹਦਾ ਮਾਣ ਹੁੰਦਾ ਹੈ? ਦੁਨੀਆ ਦੇ ਵਿੱਚ 99% ਚੰਗੇ ਬੰਦਿਆਂ ਨੂੰ ਹੰਕਾਰ ਨੇ ਪਕੜਿਆ ਹੋਇਆ। ਕਿਉਂ? ਚੰਗਾ ਕੰਮ ਕਰਨ ਲੱਗਿਆ ਮਨ ਵਿੱਚ ਜ਼ਰੂਰ ਜਾ ਕੇ ਅਟੈਚ ਹੋ ਜਾਂਦਾ ਹੈ। ਚੰਗਾ ਕੰਮ ਕਰਨ ਲੱਗਿਆ ਮਨ ਨਾਲ ਆ ਕੇ ਖੜ ਜਾਂਦਾ, ਤੇ ਜਦੋਂ ਮਨ ਖੜਦਾ ਹੈ ਉਦੋਂ ਬੰਦਾ ਕਹਿੰਦਾ ਮੈਂ ਕਰ ਰਿਹਾ। ਤੇ ਜਦੋਂ ਨਾਲ ਹੰਗਤਾ ਆ ਗਈ, ਹੰਕਾਰ ਆ ਗਿਆ, ਫਿਰ ਚੰਗੇ ਤੋਂ ਚੰਗਾ ਕੰਮ ਵੀ ਉਹਦਾ ਖੂਹ ਵਿੱਚ ਪੈ ਜਾਂਦਾ। ਜਿਹਦੇ ਬਾਰੇ ਅੱਜ ਸ਼ਬਦ ਕਿਹਾ ਗਿਆ ਹੈ, ਜਿਨ ਵਿਣ ਦੰਤਾ ਜਗ ਖਾਇਆ। ਤੇਰੀਆਂ ਚੰਗਿਆਈਆਂ ਵੀ ਖਾਧੀਆਂ ਜਾ ਰਹੀਆਂ ਨੇ, ਆਪਣੇ ਆਪ ਵਿੱਚ ਤਾਂ ਬੜੇ ਭਲੇ ਕੰਮ ਕਰਦਾ ਮਨੁੱਖ, ਪਰ ਕਹਿਣ ਲੱਗੇ ਭਲੇ ਤੋਂ ਭਲਾ ਕੰਮ ਵੀ ਉਹਦੇ ਹੰਕਾਰ ਵਸ ਜਿਹੜਾ ਹੈ ਉਹ ਖਤਮ ਹੋ ਜਾਂਦਾ। ਉਹਦਾ ਜਿਹੜਾ ਰੇਂਜ ਹੈ ਉਸ ਕੰਮ ਦੀ, ਜਿਹੜਾ ਉਹਦਾ ਪ੍ਰਭਾਵ ਹੈ, ਉਹਦਾ ਅਸਰ ਹੈ,
ਉਹ ਖਤਮ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਇੱਕ ਹੀ ਤਰੀਕਾ ਹੈ ਮਨਮੁਖ ਖਾਧੇ। ਜਿੰਨੀ ਦੇਰ ਤੂੰ ਮਨ ਨੂੰ ਨਾਲ ਜੋੜ ਕੇ ਰੱਖੇਗਾ ਨਾ, ਉਨੀ ਦੇਰ ਤੇਰਾ ਹਰ ਇੱਕ ਕੰਮ ਮਨ ਦੇ ਖਾਤੇ ਵਿੱਚ ਪੈਂਦਾ ਜਾਵੇਗਾ, ਤੇਰੇ ਹੰਕਾਰ ਦੇ ਵਿੱਚ ਵਾਧਾ ਹੁੰਦਾ ਜਾਵੇਗਾ। ਬਸ ਇੱਕ ਕੰਮ ਕਰ, ਤੂੰ ਜੋ ਕੁਝ ਕਰੇ ਗੁਰੂ ਦੇ ਸਨਮੁਖ ਹੋ ਕੇ ਕਰੀ, ਤੇ ਗੁਰੂ ਦੇ ਮੁਤਾਬਕ ਕਰਦਾ ਜਾਈਂ। ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ, ਬਿਨ ਨਾਵੇ ਜਗ ਕਮੜਾ ਫਿਰੇ। ਬਿਨਾ ਨਾਮ ਤੋਂ ਕਹਿਣ ਲੱਗੇ, ਬਿਨਾ ਸੱਚ ਤੋਂ, ਬਿਨਾ ਨਿਯਮ ਤੋਂ, ਗੁਰੂ ਦੀ ਜਿਹੜੀ ਨਿਆਂ ਪ੍ਰਣਾਲੀ ਹੈ, ਗੁਰੂ ਦਾ ਜਿਹੜਾ ਦਿੱਤੀ ਹੋਈ ਮਰਿਆਦਾ ਹੈ, ਉਸ ਮਰਿਆਦਾ ਤੋਂ ਬਿਨਾ ਮਨੁੱਖ ਦਾ ਜੀਵਨ ਉਸ ਪਾਣੀ ਵਰਗਾ ਹੋ ਜਾਂਦਾ ਜਿਹੜਾ ਪਾਣੀ ਕਿਸੇ ਵਹਿਣ ਵਿੱਚ ਨਹੀਂ, ਇੱਕ ਹੜ੍ਹ ਦੇ ਰੂਪ ਵਿੱਚ ਵਹਿੰਦਾ। ਤੇ ਹੜ੍ਹ ਦੇ ਰੂਪ ਵਿੱਚ ਵਹਿਣ ਵਾਲਾ ਪਾਣੀ ਭਾਵਾਂ ਥੋੜਾ ਵੀ ਹੋਵੇ, ਉਹ ਨੁਕਸਾਨ ਬਹੁਤ ਕਰਦਾ ਹੈ। ਕਿਨਾਰਿਆਂ ਦੇ ਵਿੱਚ ਵਹਿਣ ਵਾਲਾ ਪਾਣੀ ਉਹ ਜਿੰਨਾ ਮਰਜ਼ੀ ਹੋਵੇ, ਕਿਨਾਰਿਆਂ ਦੇ ਅੰਦਰ ਰਹੇਗਾ ਤੇ ਉਹ ਪਾਣੀ ਨੁਕਸਾਨ ਕੋਈ ਨਹੀਂ ਕਰਦਾ। ਬਸ ਜਦੋਂ ਮਨੁੱਖ ਦਾ ਜੀਵਨ ਗੁਰੂ ਦੀ ਮਰਿਆਦਾ ਵਿੱਚ ਆ ਗਿਆ, ਮਰਿਆਦਾ ਨੂੰ ਤੂੰ ਗ੍ਰਹਿਣ ਕਰ ਗੁਰੂ ਦੀ ਨੂੰ। ਤੇ ਮਰਿਆਦਾ ਕਿੱਥੋਂ ਗ੍ਰਹਿਣ ਕਰਨੀ ਹੈ? ਨਿੱਤਾ ਪ੍ਰਤੀ ਬਾਣੀ ਅਸੀਂ ਪੜ੍ਹਦੇ ਹਾਂ, ਬਾਣੀ ਪੜ੍ਹ ਕੇ ਗੁਰੂ ਜਿਹੜੇ ਸਾਨੂੰ ਜੀਵਨ ਜਾਚ ਦੱਸਦਾ, ਇਹੀ ਤਾਂ ਮਰਿਆਦਾ ਹੈ, ਹੋਰ ਕੀ ਮਰਿਆਦਾ ਹੈ? ਦੁਨੀਆ ਦੇ ਵਿੱਚ ਹਰ ਕੰਮ ਸਿੱਖਣਾ ਪੈਂਦਾ ਹੈ, ਪਰ ਮਰਿਆਦਾ ਤੈਨੂੰ ਆਪਣੇ ਆਪ ਆ ਜਾਵੇਗੀ, ਤੂੰ ਗੁਰੂ ਕੋਲੇ ਆ। ਮਰਿਆਦਾ ਸਿੱਖਣ ਦੀ ਲੋੜ ਨਹੀਂ, ਮਰਿਆਦਾ ਗੁਰੂ ਦੀ ਬਖਸ਼ਿਸ਼ ਦੁਆਰਾ ਆਉਂਦੀ ਹੈ। ਤੂੰ ਗੁਰੂ ਕੋਲ ਆਉਂਦਾ ਰਹਿ ਤੇ ਗੁਰੂ ਤੈਨੂੰ ਹੌਲੀ ਹੌਲੀ ਮਰਿਆਦਾ ਵਿੱਚ ਤੋਰਨਾ ਸ਼ੁਰੂ ਕਰ ਦੇਵੇਗਾ। ਹੂਬਹੂ ਉਸ ਤਰ੍ਹਾਂ ਜਿਵੇਂ ਤੂੰ ਤੁਰਨਾ ਨਹੀਂ ਸੀ ਸਿੱਖਿਆ, ਤੂੰ ਨਿੱਤਾ ਪ੍ਰਤੀ ਆਪਣੀ ਮਾਂ ਦੇ ਕੋਲ ਰਹਿੰਦਾ ਸੈਂ, ਮਾਂ ਨੂੰ ਦੇਖਦਿਆਂ, ਪਿਤਾ ਨੂੰ ਦੇਖਦਿਆਂ ਆਪੇ ਹੀ ਤੁਰਨਾ ਆ ਗਿਆ। ਇਸੇ ਤਰ੍ਹਾਂ ਹੋਇਆ, ਕੋਈ ਬੰਦਾ ਹੈ ਜਿਹੜਾ ਕਦੇ ਮੈਂ ਬੋਲਣਾ ਸਿੱਖਿਆ ਹੈ, ਕਿਹਨੇ ਬੋਲਣਾ ਸਿੱਖਿਆ? ਜਿਹੜੀ ਆਪਣੀ ਮਦਰ ਲੈਂਗੁਏਜ ਹੈ, ਜਿਹੜੀ ਆਪਣੀ ਮਾਂ ਭਾਸ਼ਾ, ਕਿਹਨੇ ਸਿੱਖੀ ਬੋਲਣੀ? ਕੋਈ ਵੀ ਮਨੁੱਖ ਐਸਾ ਨਹੀਂ ਜਿਹੜਾ ਕਦੇ ਮੈਂ ਸਿੱਖੀ ਹੈ। ਜੇ ਸਿੱਖੀ ਹੈ ਤੇ ਫਿਰ ਸਮਾਂ ਦੱਸੇ ਕਿਹੜੇ ਟਾਈਮ ਵਿੱਚ ਸਿੱਖੀ ਹੈ, ਕਿੰਨੇ ਦਿਨਾਂ ਵਿੱਚ ਸਿੱਖੀ ਸੀ, ਦੱਸ ਹੀ ਨਹੀਂ ਪਾਵੇਗਾ। ਨਹੀਂ ਦੱਸ ਸਕਦਾ ਕਿ ਮੈਂ ਆਪਣੀ ਮਾਂ ਭਾਸ਼ਾ ਕਿੱਥੋਂ ਸਿੱਖੀ ਹੈ, ਕਿਵੇਂ ਸਿੱਖੀ ਹੈ, ਪਹਿਲਾ ਅੱਖਰ ਮੈਂ ਕਿਹੜਾ ਬੋਲਿਆ ਸੀ, ਕੌਣ ਮੈਨੂੰ ਸਿਖਾਉਂਦਾ ਰਿਹਾ? ਬਿਲਕੁਲ ਨਹੀਂ। ਹਰ ਇੱਕ ਚੀਜ਼ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ, ਸਮਾਜ ਦੀ ਸੰਗਤ ਵਿੱਚ ਰਿਹਾ ਤੇ ਉਹਨੇ ਸਭ ਕੁਝ ਸਿੱਖ ਲਿਆ। ਕੌਣ ਦੱਸੇ ਕਿਹੜਾ ਬੰਦਾ ਜਿਹੜਾ ਕਵੇ ਮੈਂ ਕੱਪੜੇ ਪਹਿਨਣੇ ਸਿੱਖੇ ਨੇ? ਕਿੱਥੋਂ ਸਿੱਖੇ ਨੇ? ਸਮਾਜ ਦੇ ਵਿੱਚ ਜਿਹੜੇ ਵਸਤਰ ਅਸੀਂ ਪਹਿਨਦੇ, ਜਿਹੜਾ ਸਮਾਜਿਕ ਸਾਡਾ ਲਿਬਾਸ ਹੈ, ਇਹ ਅਸੀਂ ਸਿੱਖਿਆ ਕਿਸੇ ਨੇ? ਬਿਲਕੁਲ ਨਹੀਂ। ਦੇਖ ਦੇਖ ਕੇ ਆਇਆ ਸਭ ਕੁਝ ਸੰਗਤ ਵਿੱਚੋਂ। ਇਸੇ ਤਰ੍ਹਾਂ ਹੀ ਗੁਰੂ ਦੀ ਸੰਗਤ ਕਰਾਂਗੇ ਨਾ, ਸਾਨੂੰ ਸਿੱਖਣ ਦੀ ਕੁਝ ਵੀ ਲੋੜ ਨਹੀਂ ਪਵੇਗੀ। ਸੰਗਤ ਕਰਦੇ ਜਾਈਏ, ਆਪਣੇ ਆਪ ਰੰਗਤ ਚੜ ਜਾਵੇਗੀ, ਆਪਣੇ ਆਪ ਤਬਦੀਲੀ ਆ ਜਾਂਦੀ। ਸਿੱਖਣਾ ਕੁਝ ਵੀ ਨਹੀਂ ਪੈਂਦਾ। ਜੇ ਸਿੱਖਣਾ ਪੈਂਦਾ ਹੋਵੇ ਤੇ ਫਿਰ ਪਸ਼ੂਆਂ ਨੂੰ ਕੌਣ ਹੈ, ਜਾਨਵਰਾਂ ਨੂੰ ਕੌਣ ਹੈ ਸ਼ਿਕਾਰ ਸਿਖਾਉਣ ਵਾਲਾ? ਕਿਹੜਾ ਟ੍ਰੇਨਿੰਗ ਦਿੰਦਾ ਦੱਸੋ ਨਾ? ਕਿਹੜੇ ਟ੍ਰੇਨਿੰਗ ਹਾਊਸ ਉੱਥੇ ਜਿਹੜੇ ਲੱਗੇ ਹੋਏ ਨੇ ਜੰਗਲਾਂ ਦੇ ਵਿੱਚ? ਟ੍ਰੇਨਿੰਗ ਸਕੂਲ ਹੈ ਕਿਤੇ ਜੰਗਲ ਦੇ ਵਿੱਚ? ਇੰਨੇ ਤੀਬਰ ਗਤੀ ਨਾਲ ਸ਼ਿਕਾਰ ਕਰਦੇ ਨੇ ਜਾਨਵਰ। ਕੌਣ ਹੈ ਪੰਛੀਆਂ ਨੂੰ ਉੱਡਣਾ ਸਿਖਾਉਣ ਵਾਲਾ? ਕੋਈ ਵੀ ਨਹੀਂ। ਆਪਣੇ ਆਪ ਹੋ ਜਾਂਦਾ ਸਭ ਕੁਝ, ਕਿਉਂਕਿ ਸੰਗਤ ਹੈ। ਜਾਨਵਰ ਹੈ, ਪੰਖ ਉੱਗਰ ਪੈਂਦੇ ਨੇ, ਆਪਣੀ ਮਾਂ ਨੂੰ ਦੇਖਦਾ ਹੈ ਉੜਦਿਆਂ ਹੋਇਆਂ ਤੇ ਆਪੇ ਆਪ ਜਿਹੜਾ ਹੈ ਉੱਡਣਾ ਸ਼ੁਰੂ ਕਰ ਦਿੰਦਾ ਹੈ। ਕੌਣ ਹੈ ਉਹਨਾਂ ਨੂੰ ਉਹਨਾਂ ਦੀ ਬੋਲੀ ਸਿਖਾਉਣ ਵਾਲਾ? ਕੋਈ ਨਹੀਂ। ਸੰਗਤ ਵਿੱਚ ਰਹਿੰਦੇ ਨੇ, ਆਪੇ ਸਿੱਖ ਜਾਂਦੇ ਨੇ। ਇੱਥੋਂ ਤੱਕ ਕਿ ਜੇਕਰ ਕੋਈ ਹੋਰ ਜੀਵ ਵੀ ਉਹਨਾਂ ਦੀ ਸੰਗਤ ਵਿੱਚ ਰਵੇ, ਉਹੋ ਜਿਹਾ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ। ਇਹਦਾ ਮਤਲਬ ਗੁਰੂ ਦੀ ਸੰਗਤ ਤੇਰੇ ਵਾਸਤੇ ਨਿੱਤਾ ਪ੍ਰਤੀ ਅਤ ਜ਼ਰੂਰੀ ਹੈ। ਸੋ ਅੱਜ ਦੇ ਇਹਨਾਂ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ, ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਗੁਰਮੁਖ ਨਦਰੀ ਦਾ ਮਤਲਬ ਕੀ ਹੈ? ਸੰਸਾਰ ਦੇ ਵਿੱਚ ਮੈਂ ਜੇ ਆਪਣੀਆਂ ਅੱਖਾਂ ਨਾਲ ਦੇਖਾਂਗਾ ਤੇ ਮੈਨੂੰ ਨਹੀਂ ਪਤਾ ਚੱਲੇਗਾ ਕਿ ਸੰਸਾਰ ਆਪਣੇ ਰਾਹ ਤੋਂ ਥਿੜਕਿਆ ਹੋਇਆ ਹੈ। ਕੇਵਲ ਤੇ ਕੇਵਲ ਗੁਰੂ ਦੇ ਦੁਆਰਾ, ਗੁਰਮੁਖ ਗੁਰੂ ਦੇ ਰਾਹੀਂ ਨਦਰੀ ਆਇਆ ਹੈ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨ ਵਸਾਇਆ। ਸੰਸਾਰਕ ਧੰਦਿਆਂ ਵਿੱਚ ਇੰਨਾ ਕਬਲਿਪਤ ਰਿਹਾ ਕਿ ਆਪਣਾ ਜੀਵਨ ਹੀ ਵਿਅਰਥ ਗਵਾ ਲਿਆ। ਸੁੱਖਾਂ ਦੇ ਦਾਤੇ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਨਾਲ ਨਾ ਜੋੜਿਆ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਜਿਨ੍ਹਾਂ ਦੇ ਉੱਤੇ ਧੁਰ ਦਰਗਾਹੋਂ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ
ਨਾਮ ਦੀ ਪ੍ਰਾਪਤੀ ਹੋ ਜਾਂਦੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਊਣ ਤਾਈਆਂ ਦੇ ਲਿਖੇਮਾਂ ਦੇ ਜਾਚਕ, ਭੁੱਲਾਂ ਸਾਡੀਆਂ ਝੋਲੀ ਸਾਡੀ, ਚੰਗੀਆਂ ਗੱਲਾਂ ਗੁਰੂ ਦੀਆਂ ਜਾਣ ਕੇ ਵਸਾਇਆ ਜੇ ਹਿਰਦੇ 'ਚ। ਦੋਨੋਂ ਹੱਥ ਜੋੜੋ, ਮਨੋਬਿਰਤ ਤੇ ਕਾਗਰ ਹੋਵੋ ਅਤੇ ਬੋਲੋ ਜੀ ਸਤਨਾਮ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਸਿੱਖੋ ਸਭ ਪਿਆਰਿਓ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ। ਨਾਨਕ ਸਿਮਰਤ ਏਕ, ਰਾਮ ਕਲੀ